एक मिनट वाहिगुरू जी का खालसा वाहिगुरू जी की फतेह जी। बेबे चले घरे मां साडे घर नूं चले ने साडे मेरे सतवीर भैन जी माता जी अमन मेरे वाइफ भैन जी हुणी बच्चे सारे तो असीं इस परिवार दे विच सवेर तो लैके शाम तक गुरु की किरपा नाल सेवावां निभाउने आ। साडे परिवार दे सारे मैंबर हमेशा आ जाओ बई बच्चों हुण साइकिल बच्चों के पहलां पेपर चलते सी साइकिल रोके हुए सीगे भी पेपरां करके भी पढ़ाई ना डिस्टर्ब होवे। हुण शाम नूं साइकिलां ते इदां बाहर इत्थे सैर करी दी रेड़ा लाई दा। आरती नूं नवां साइकिल लैके दित्ता सी किसी ने भैन ने हुण आरती नूं पसंद नहीं आरती कहंदी मैं तां होर नवां लैणा मैं नहीं वो लैणा गा। ते आरती दे हुण साडी दे स्कूले जांदी आ ते स्कूलों दूजे बच्चे साइकिलां ते आउंदे आ। हजे आरती भी वाहिगुरू मेहर करन सच्चे पातशाह भी ठीक हो जाए इहदा ऑपरेशन हो जाए। बिल्ले आरती दे ऑपरेशन च की दिक्कत आ रही है हजे ਇਹਦੀ ਮੰਮੀ ਕੀ ਕਹਿੰਦੇ ਹੁਣ ਆਪਰੇਸ਼ਨ ਹੀ ਕਰਿਆ ਸਿਲੈਕਟ ਫਿਰ ਕਰਵਾ ਦਈਏ ਆਪਾਂ ਐਡਮਿਟ ਹੁਣ ਤੇ ਆਰਤੀ ਨੂੰ ਅਸੀਂ ਕੱਲ ਨੂੰ ਦਾਖਲ ਕਰਾ ਦੇਣਾ ਜੀ ਕਿਉਂਕਿ ਇਹਦੇ ਟੈਸਟ ਕਰਾਏ ਸੀ ਟੈਸਟਾਂ ਦੀ ਰਿਪੋਰਟ ਨਾਰਮਲ ਆ ਗਈ ਆ ਵੀ ਜਿੰਨਾ ਖੂਨ ਚਾਹੀਦਾ ਸੀ ਉਹ ਸਾਰਾ ਇਹਦੇ ਵਿੱਚ ਪੂਰਾ ਵਾ ਹੁਣ ਤੇ ਤੁਸੀਂ ਅਰਦਾਸ ਕਰਿਓ ਸਾਰੇ ਜਣੇ ਆਰਤੀ ਦੇ ਆਪਰੇਸ਼ਨ ਲਈ ਹੈ ਨਾ ਤਾਂ ਜੋ ਇਹ ਸਾਈਕਲ ਚਲਾ ਸਕੇ। ਤੇ ਦੂਸਰਾ ਸਾਡੇ ਬਾਪੂ ਗੋਪਾਲ ਦੀ ਡਿਮਾਂਡ ਆ ਜੀ ਇੱਕ ਸਾਨੂੰ ਰੇਡੀਓ ਚਾਹੀਦੇ ਆ ਜੀ ਕੱਲੇ ਬਾਪੂ ਗੋਪਾਲ ਨੂੰ ਨਹੀਂ ਹੋਰ ਵੀ ਸਾਰੇ ਕਾਫੀ ਮੈਂਬਰ ਨੇ ਸਾਡੇ ਜਿਹੜੇ ਰੇਡੀਓ ਛੋਟੇ ਛੋਟੇ ਰੇਡੀਓ ਗੁਰਬਾਣੀ ਵਾਲੇ ਹੁੰਦੇ ਆ ਰੇਡੀਓ ਉਹ ਰੇਡੀਓ ਦੀ ਲੋੜ ਆ। ਪਹਿਲਾਂ ਸਾਡੇ ਕੋਲ ਸੀਗੇ ਅਸੀਂ ਕਾਫੀ ਰੇਡੀਓ ਦਿੱਤੇ ਹੋਏ ਨੇ ਸਾਡੇ ਬਹੁਤ ਪਰਿਵਾਰ ਦੇ ਮੈਂਬਰ ਨੇ ਜਿਹੜੇ ਆਪਣੇ ਪੱਕੇ ਮੰਜਿਆਂ ਤੇ ਪਏ ਨੇ ਜਾਂ ਕਿਵੇਂ ਕਿਉਂਕਿ ਗੁਰਬਾਣੀ ਇਨਸਾਨ ਨੂੰ ਜ਼ਿੰਦਗੀ ਨੂੰ ਜਿਉਣ ਦਾ ਤੇ ਜ਼ਿੰਦਗੀ ਨੂੰ ਸੁਲਝਾਉਣ ਦਾ ਇੱਕ ਰਸਤਾ ਦਿਖਾਉਂਦੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ बहुत ਵੱਡਾ ਹੱਥ ਆ ਸਾਡੇ ਸਿਰ ਤੇ ਜਿਹੜੀ ਇਹ ਸੇਵਾ ਸਾਨੂੰ ਬਖਸ਼ੀ ਆ। ਤੇ ਸਾਡੀ ਬੇਨਤੀ ਹੈ ਛੋਟੇ ਰੇਡੀਓ ਜਿਹੜੇ ਨਿੱਕੇ ਨਿੱਕੇ ਰੇਡੀਓ ਹੁੰਦੇ ਗੁਰਬਾਣੀ ਵਾਲੇ ਉਹ ਜ਼ਰੂਰ ਸਾਨੂੰ ਤੁਸੀਂ ਪਹੁੰਚਦੇ ਕਰਿਓ ਜੇ ਕੋਈ ਭੈਣ ਭਰਾ ਕਰ ਸਕਦਾ ਵਾ। ਤੇ ਬਾਪੂ ਗੋਪਾਲ ਨੂੰ ਕਿੰਨੇ ਸਿਲ ਵਾਲਾ 3 ਸਿਲ ਵਾਲਾ ਰਾਮ ਸਿੰਘ ਦਾ 3 ਸਿਲ ਵਾਲਾ ਰੇਡੀਓ ਸਾਡੇ ਸਰਪੰਚ ਨੂੰ ਵੀ ਚਾਹੀਦਾ ਤੇ ਉਹ ਵੀ ਭੇਜ ਦਿਓ ਜੀ ਕੋਈ ਨਾ ਕੋਈ ਰੇਡੀਓ ਹੈ ਨਾ। ਤੇ ਹੁਣ ਪ੍ਰਸ਼ਾਦੇ ਦਾ ਟਾਈਮ ਆ ਜੀ ਸ਼ਾਮ ਦਾ ਗੁਰੂ ਕੇ ਲੰਗਰਾਂ ਦੀ ਤਿਆਰੀ ਹੈ। ਬਾਪੂ ਨਮਸਤੇ ਠੀਕ ਹੋ ਬਾਬਾ। ਇਹ ਗੋਪਾਲ ਬਾਬਾ ਜੀ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਹੀ ਦਹੇੜੂ ਵਾਲੇ ਪੁਲ ਤੋਂ ਲੈ ਕੇ ਆਏ ਸੀ ਕਿਹੜੀ ਹਾਲਾਤ 'ਚ ਨਾ ਤੁਸੀਂ ਸਾਰਿਆਂ ਨੇ ਦੇਖੀ ਆ। ਤੇ ਹਾਂ ਗੁਰਦਿੱਤੇ ਹੱਥ ਮਿਲਾ ਲੈਂਦੇ ਮੈਂ ਨਹੀਂ ਮਿਲਾ ਲੈਣਾ। ਤੇ ਅੱਜ ਸਾਡੇ ਕੋਲੇ ਇੱਥੇ ਨਾਨਕਸਰ ਤੋਂ ਆਏ ਸੀਗੇ ਗੁਰਮੀਤ ਸਿੰਘ ਜੀ ਬਾਬਾ ਜੀ ਜਿਹੜੇ ਉੱਥੇ ਗੁਰੂ ਘਰ ਦੀ ਸੇਵਾ ਕਰਦੇ ਨੇ। ਕਈ ਵਾਰੀ ਕੋਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਤੇ ਅਸੀਂ ਹਮੇਸ਼ਾ ਹੀ ਕੋਸ਼ਿਸ਼ ਹਾਂ ਕਿਵੇਂ ਕੀ ਠੰਡ ਹੋ ਗਈ ਮੌਸਮ ਵਧੀਆ ਹੋ ਗਿਆ ਗਰਮੀ ਘਟ ਗਈ ਹੈ ਨਾ ਗਰਮੀ ਹੁਣ ਹਟ ਗਈ ਬੋਲ ਕੇ ਲਾਲੂ ਬੋਲਣਾ ਵਾ। ਬਾਪੂ ਕਿਵੇਂ ਆ ਸਤਿ ਸ੍ਰੀ ਅਕਾਲ ਬਾਈ ਠੀਕ ਆ ਕੀ ਨਾਂ ਤੇਰਾ ਮਲਕੀਤ ਸਿੰਘ ਬਾਈ ਸਾਡਾ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੰਦਰੁਸਤ ਆ ਬਾਈ ਠੀਕ ਅੱਗੇ ਨਾਲੋਂ ਬਹੁਤ। ਹਾਂ ਸਾਡਾ ਕੰਤਾ ਬਾਈ ਕੀ ਹਾਲ ਨੇ ਗਗੜੇ ਵਾਲਿਆ ਇਹ ਸਾਡਾ ਪੋਸਟਮੈਨ ਆ ਜੀ ਸਾਡਾ ਡਾਕੀਆ ਹਾਂ ਚੱਲਾਂਗੇ ਡਾਕੀਆ ਸਾਹਿਬ ਚੱਲਾਂਗੇ। ਅੱਜ ਥੋੜੀ ਠੰਡ ਹੋ ਗਈ ਆ ਮਾਸਟਰ ਜੀ ਨੇ ਸਾਡੇ ਨੇ ਮਾਸਟਰ ਜੀ ਸਤਿ ਸ੍ਰੀ ਅਕਾਲ ਠੰਡ ਹੋ ਗਈ ਆ ਤੇ ਲੋਈ ਕੱਢ ਲਈ ਟਾਈਮ ਦੇਖ ਕੀ ਹੋਇਆ ਕੀ ਹੋ ਗਿਆ ਤੁਸੀਂ ਦੇਖੋ ਧਿਆਨ ਨਾਲ ਦੇਖੋ 7 ਵੱਜ ਕੇ ਹਾਂ ਪੌਣੇ 8 ਹੋ ਗਏ ਲੈ ਮਾਸਟਰ ਜੀ ਸਾਰਾ ਪਤਾ। ਮਾਸਟਰ ਜੀ ਕਿੱਦਾਂ ਹੁਣ ਸਿਹਤ ਠੀਕ ਆ ਮਾਸਟਰ ਜੀ ਮੈਨੂੰ ਮਾੜਾ ਪੜ੍ਹਾ ਦਿਆ ਕਰੋਗੇ ਮੈਨੂੰ ਨਾ ਪੰਜਾਬ ਅੰਗਰੇਜ਼ੀ ਨਹੀਂ ਆਉਂਦੀ ਅੰਗਰੇਜ਼ੀ ਸਿਖਾ ਦੋਗੇ ਹਾਂ ਕਿਵੇਂ ਕਰਾਂ ਉਰਦੂ ਨਹੀਂ ਮੈਨੂੰ ਅੰਗਰੇਜ਼ੀ ਸਿਖਾ ਦਿਓ ਅੰਗਰੇਜ਼ੀ ਬਾਬੂ ਮੈਨੂੰ ਅੰਗਰੇਜ਼ੀ ਨਹੀਂ ਯਾਰ ਜਮਾਂ ਹੀ ਆਉਂਦੀ अंग्रेजी का सिखा दे बापू ठीक है। दुर्लभ भाई कैसे हो दुर्लभ भाई ठीक हो हाँ जी रायकोट तो टाली साहब गुरुद्वारा साहब दे नहीं दादा ऐसा नहीं बाबा आप भगवान हो उत्थों बापू जी साडे नाल आए ने ये गुजरा ने वीर नूं रखिया होया सी बहुत है ना माड़ी हालत च भी वीर साडे कोल थोड़ी देर पहले ही आया है तक इहदा कुछ पता नहीं लग्या। हाँ साडा पाला बाई ये साडा रुलदू किवें आ ठीक है बाबा हाँ चलांगे पाले बाई दे माता जी थोड़े टाइम पहले ही चढ़ाई कर गए ने है ना। सत श्री अकाल की हाल है बाई ठीक आ ये बलिहार सिंह है बाई बाहर उन्हों का भरा ये भी ठीक नहीं सी इहदा भतीजा वो भी ठीक नहीं दिमागी इन्हां दी मम्मी भी घर च 3 जाने इदां सी
ਤੇ ਇੱਧਰ ਸਾਡਾ ਪੱਪੂ ਬਾਈ ਬੈਠਾ ਵਾ ਕੋਟ ਫਰੀਦਕੋਟ ਵਾਲਾ, ਤੇ ਇੱਧਰ ਸਾਡਾ ਪਿਆਰਾ ਬਾਈ ਬੈਠਾ ਵਾ ਸਾਈਕਲ ਤੇ ਝੂਟੇ ਲੈਣ ਨੂੰ ਤਿਆਰ। ਕਿੱਥੇ ਜਾਣਾ ਸਾਈਕਲ ਤੇ? ਬਾਹਰ। ਕਿਹਦੇ ਨਾਲ? ਮੇਰੇ ਨਾਲ ਚੱਲੇਗਾ? ਮੇਰੇ ਨਾਲ ਚਲੇ ਜਾਏਗਾ ਤੂੰ? ਕਿੰਨੇ ਝੂਟੇ ਲਏਗਾ? ਕਿੰਨੇ ਝੂਟੇ ਲਏਗਾ ਫਿਰ ਤੂੰ? ਦੋ ਝੂਟੇ ਲਏਗਾ? ਚੱਲ 2 ਝੂਟੇ ਲੈ ਲਾਂਗੇ ਫਿਰ। ਆ ਜਾ ਜੋਗਿੰਦਰ ਬਾਪੂ ਜੀ, ਸਤਿ ਸ੍ਰੀ ਅਕਾਲ। ਉਹ ਸੱਚ ਪੈਰੀਆਂ ਮੈਂ ਭੁੱਲ ਗਿਆ ਸੀ। ਆਸ਼ੀਰਵਾਦ ਹੀ ਦੇ ਦਿਓ ਬਸ, ਇਹ ਮੋਢੇ ਦਾ ਮੈਂ ਭੁੱਲ ਗਿਆ ਸੀ ਬਾਪੂ। ਜੱਫੀ ਪਾ ਲੈਂਦੇ ਫਿਰ। ਚੱਲ ਜੱਫੀ। ਬਾਪੂ ਜੋਗਿੰਦਰ ਸਿੰਘ ਜੀ, ਤੁਹਾਡਾ ਗੋਤ ਕੀ ਆ? ਹੈ ਬਤਰਾ। ਸਰਦਾਰ ਜੋਗਿੰਦਰ ਸਿੰਘ ਜੀ ਬਤਰਾ, ਜਿਨ੍ਹਾਂ ਦਾ ਪੱਛਮ ਬਾਜ਼ਾਰ ਦੇ ਵਿੱਚ, ਕਿਹੜਾ ਬਾਜ਼ਾਰ ਆ ਉਹ? ਮੌਜਪੁਰਾ ਬਾਜ਼ਾਰ 'ਚ ਦੁਕਾਨ ਸੀ। ਬੜਾ ਵਧੀਆ ਕੰਮ ਆ। ਸੱਚੇ ਪਾਤਸ਼ਾਹ ਮਿਹਰ ਕਰਨ ਉਹਨਾਂ ਰਿਸ਼ਤੇਦਾਰਾਂ ਨੂੰ, ਜਿਹੜੇ ਬਾਪੂ ਦੇ ਰਿਸ਼ਤੇਦਾਰ ਨੇ ਉੱਥੇ ਵੀ, ਉਹ ਬਾਪੂ ਦੇ ਕੋਲੇ ਗੇੜਾ ਮਾਰਨ, ਸਾਰ ਲੈਣ। ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ, ਕਿਉਂਕਿ ਜਦੋਂ ਸ਼ਾਮ ਨੂੰ ਵੀ ਸਵੇਰੇ ਵੀ ਪ੍ਰਸ਼ਾਦਾ ਛਕੀ ਦਾ ਗੁਰੂ ਕਾ ਲੰਗਰ ਸ਼ੁਰੂ ਕਰਦੇ ਆ, ਤਾਂ ਉਹਦਾ ਆ ਜਾ ਉਹਦਾ ਸ਼ੁਕਰਾਨਾ ਕਰਦੇ ਆ ਅਸੀਂ ਹਮੇਸ਼ਾ। ਤੇ ਇੱਕ ਸੂਖਮ ਅਰਦਾਸ ਕਰਕੇ ਸੱਚੇ ਪਾਤਸ਼ਾਹ ਇੱਥੇ ਆ ਜਾਓ, ਇੱਥੇ ਛੋਟੀ ਅਰਦਾਸ ਕਰਕੇ ਅਸੀਂ ਉਹਦਾ ਸ਼ੁਕਰਾਨਾ ਕਰਦੇ ਆ। ਤੇ ਹੁਣ ਭਾਈ ਰਤਨਦੀਪ ਸਿੰਘ ਜੀ ਸੂਖਮ ਅਰਦਾਸ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तुझा की अरदास हमारी जियो पिंड सब तेरा खो नानक सब तेरी वड्याई कोई नाम न जाने मेरा एक ओंकार वाहिगुरू जी की फतेह। तेरी भगवती जी सहाय वाह श्री भगवती पातशाही दसवीं प्रथम भगवती सिमर के नाम लेते आए प्रथम बोलते अमरदार राम लसे हुए सहाय आर्जन हर गोबिंद दसवें पातशाह साहिब गोबिंद सिंह सब साई हुए साहिब दसवां पातशाही ने जो ग्रंथ साहिब पाठ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇਹਨੇ ਮਾਣੇ ਦੇ ਮਾਣ ਨੇ ਤਾਣਿਆ ਦਾਨ ਨਹੀਂ ਹੋਤੇ ਸੇ ਬਤਾ ਵਾਹਿਗੁਰੂ ਆਪ ਦੇ ਚਰਨਾਂ ਦੇ ਅਰਦਾਸ ਬੇਨਤੀ ਜੋੜ ਲਈਏ। ਕਈ ਸਮਿਆਂ ਤੋਂ ਸੱਚੇ ਪਾਤਸ਼ਾਹ ਜੀਓ ਮਨੁੱਖਤਾ ਪਰਿਵਾਰ ਪਛਾਦੇ ਬਣਾ ਕੇ ਸੱਚੇ ਪਾਤਸ਼ਾਹ ਖਾਂਦੇ ਆ ਰਹੇ ਨੇ। ਸੱਚੇ ਪਾਤਸ਼ਾਹ ਲੰਗਰ ਚੱਲ ਰਹੇ ਨੇ। ਸੱਚੇ ਪਾਤਸ਼ਾਹ ਜੀਓ ਅੱਜ ਵੀ ਲੰਗਰ ਬੜੀ ਸ਼ਰਧਾ ਸਤਿਕਾਰ ਦੇ ਨਾਲ ਤਿਆਰ ਕੀਤਾ ਗਿਆ ਹੈ। ਆਪਣਾ ਮੇਰ ਦਾ ਸਦਕਾ ਦੇ ਸੱਚੇ ਪਾਤਸ਼ਾਹ ਜੀਓ बरतान की आज्ञा बख्शो सही प्यारे मेर जिन्ना मिले तेरा नाम जिते आवे आ तेरे भाणे सरबत दा भला। वाहिगुरू जी का खालसा वाहिगुरू जी का खालसा वाहिगुरू जी की ਹੈਗੀ ਹੈ ਜੀ। ਸਾਰਿਆਂ ਨੇ ਰਲ ਕੇ ਤਾਂ ਗੁਰੂ ਦਾ ਤੇ ਸ਼ੁਕਰਾਨਾ ਕਰਕੇ ਗੁਰੂ ਕੇ ਲੰਗਰ ਸ਼ੁਰੂ ਕਰਨ ਲੱਗੇ ਆ ਜੀ। ਹੁਣ ਬੈਠ ਜਾਓ, ਛਕੋ ਛਕੋ ਬਾਪੂ ਜੀ, ਬਾਅਦ ਚ ਮਿਲਾ ਲੈਣੇ ਆਪਾਂ। ਬੈਠ ਜਾਓ ਬੈਠ ਜਾਓ ਬੈਠ ਜਾਓ ਬੈਠ ਜਾਓ, ਛਕੋ ਛਕੋ ਜੀ, ਛਕੋ ਚੱਕੋ ਜੀ, ਬਾਲਟੀਆਂ ਫੜਾਓ। ਸਤਨਾਮ 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 ਜੀ, ਸਤਨਾਮ 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 ਜੀ। ਸਤਨਾਮ 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 ਜੀ। ਸਤਨਾਮ 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 ਜੀ। ਸਤਨਾਮ 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 ਜੀ। ਇੱਥੇ ਚਟਣੀ ਵੰਡੀ ਜਾ ਰਹੀ ਹੈ, ਨਾਲ ਦੀ ਨਾਲ ਕੱਦੂ ਦੀ ਸਬਜ਼ੀ ਅੱਜ। ਤੇ ਲੱਕੀ ਗੁਪਤਾ ਜੀ ਸਾਡੇ ਦੇਖੋ ਪ੍ਰਸ਼ਾਦਾ ਵਰਤਾ ਰਹੇ ਨੇ। ਇਹ ਉਹੀ ਲੱਕੀ ਗੁਪਤਾ ਜਿਨ੍ਹਾਂ ਨੇ ਕੋਟਕਪੂਰੇ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਸੀ ਇਹਨੂੰ ਵੀਰ ਨੂੰ, ਸੇਠ ਫਕੀਰ ਚੰਦ ਬਾਣੀਆ ਜੀ ਦਾ ਪੋਤਾ, ਜਿਨ੍ਹਾਂ ਦਾ ਲੱਖਾਂ ਕਰੋੜਾਂ ਦਾ ਐਡਾ ਤਕੜਾ ਅੰਪਾਇਰ ਸੀ, ਕੰਮ ਤਕੜਾ ਮੰਡੀ ਕੋਟਕਪੂਰਾ ਮੰਡੀ 'ਚ ਵਕਤ ਦੀ। ਲੈ ਵੀਰੇ ਐਸੀ ਚੱਕਰੀ ਘੁੰਮੀ। ਲਓ ਜੀ ਸ਼ੇਰ ਸਿੰਘ ਜੀ, ਹਾਂ ਵਿਕਰ ਦਿੱਤਿਆ ਕਿਵੇਂ ਆ?
ਹੋਰ ਜੀ ਖਾਲਸਾ ਜੀ ਠੀਕ ਹੋ? ਬਾਪੂ ਜੀ ਅੱਜ ਤੁਸੀਂ ਮਿਲੇ ਨਹੀਂ, ਨਾਨਕਸਰ ਤੋਂ ਆਏ ਸੀ ਬਾਬੇ ਜੀ ਮਿਲਣ ਤੁਹਾਨੂੰ। ਹੋਰ ਉਹ ਆਏ ਸੀ ਬਿੰਦਰ, ਉਹ ਬਿੰਦਰਾ, ਬਿੰਦਰ ਕਿੱਥੇ ਆ? ਫੜ ਪੁੱਤ ਬਾਲਟੀ ਉਸ ਸਾਰਿਆਂ ਨੂੰ ਵਰਤਾਈ ਗਈ ਸਬਜ਼ੀ। ਮੂੰਹ 'ਚ ਨਹੀਂ ਅੰਗੂਠਾ ਪਾਉਣਾ, ਅੰਗੂਠਾ ਨਹੀਂ ਪੀਣਾ, ਚੁੰਗਣਾ ਹੁਣ ਵੱਡਾ ਹੋ ਗਿਆ। ਆਹ ਦੇ ਅੰਗੂਠਾ ਚੁੰਗ ਚੁੰਗ ਕੇ ਕਿਹੋ ਜਿਹਾ ਕਰ ਲਿਆ ਅੰਗੂਠਾ। ਬਾਹਰ ਚੱਲਾਂਗੇ ਆਪਣੇ ਸਾਈਕਲ ਤਿਆਰ ਆ, ਬਸ ਆਪਾਂ ਜਾਵਾਂਗੇ। ਹਾਂ ਤੂੰ ਵੀ ਚਲਾ ਲਈ, ਤੂੰ ਵੀ ਚਲਾ। ਕਿਵੇਂ ਚਲਾਏਗਾ? ਇੱਕ ਦਿਨ ਬਾਬਾ ਮਿਹਰ ਕਰੂ ਮੇਰੇ ਪੁੱਤ ਤੇ, ਤੇਰਾ ਪੈਰ ਠੀਕ ਹੋ ਜਾਵੇ ਫਿਰ ਤੂੰ ਵੀ ਚਲਾਇਆ ਕਰੇਗਾ। ਦਿਖਾਈ ਪੈਰ ਨੂੰ, ਪੈਰ ਦਿਖਾਈ। ਆ ਸਾਡੇ ਪਿਆਰੇ ਦਾ, ਸਾਡੇ ਦਾ ਪੈਰ ਠੀਕ ਹੋ ਜਾਵੇ ਜੀ ਬਸ, ਫਿਰ ਸਾਡਾ ਪਿਆਰਾ ਵੀ ਸਾਈਕਲ ਚਲਾਇਆ ਕਰੂਗਾ, ਹੈ ਨਾ ਪਿਆਰਾ? ਇੱਦਾਂ ਗੁੱਡ ਆਪਰੇਸ਼ਨ ਹੋਣਾ ਜੀ ਇਹਦੇ ਪੈਰ ਦਾ, ਤੇ ਫਿਰ ਸਾਡਾ ਪਿਆਰਾ ਵੀ। ਮੈਂ ਕਿਹਾ ਬਾਬਾ ਜੀ ਹੁਣੀ ਆਏ ਨਾਨਕਸਰ ਤੋਂ, ਬਾਪੂ ਨੂੰ ਕਾਹਤੋਂ ਨਹੀਂ ਮਿਲਾਇਆ? ਚੇਤੇ ਰੱਖਿਆ ਕਰੋ ਇਹੋ ਜਿਹੇ ਕੰਮ 'ਚ, ਖਿਆਲ ਰੱਖਿਆ ਕਰੋ ਮੇਰਾ। ਬੰਦੇ ਨੂੰ ਨਾ ਫਿਰ ਮਿਲ ਕੇ ਮੋਟੀਵੇਸ਼ਨ ਮਿਲਦੀ ਹੈ ਥੋੜ੍ਹਾ ਜਿਹਾ। ਉਹ ਜਾਣਦੇ ਹੁਣ ਅਸੀਂ ਪੱਕਾ ਇੰਨੇ ਸਾਲ ਇਹਨਾਂ ਨੇ ਨਾਨਕਸਰ। ਖਾਲਸਾ ਜੀ ਜਿਹੜੇ ਹੈਗੇ ਨੇ ਗੁਰੂ ਕੇ ਲੰਗਰ ਹੁਣ ਛਕਣ ਲੱਗੇ ਨੇ ਸਾਡੇ ਪਰਿਵਾਰ ਦੇ ਸਾਰੇ ਮੈਂਬਰ। ਤੇ ਹੁਣ ਮੈਂ ਚੱਪਲਾਂ ਕਿੱਥੇ ਲਾਤੀਆਂ? ਹਾਂਜੀ ਆਰਤੀ, ਹਾਂ ਕੀ ਕਹਿੰਦੇ ਦੱਸ ਪੁੱਤ? ਸਾਈਕਲ? ਕੀ ਸਾਈਕਲ? ਸਾਈਕਲ ਲੈਣੀ ਹੈ? ਠੀਕ ਹੈ ਠੀਕ ਹੈ। ਉੱਥੇ ਖੜੀ ਹੈ ਜਿਹੜੀ ਉਹੀ ਠੀਕ ਕਰਾਤੀ, ਉਹ ਟਲੀ ਟੋਲੀ ਪਵਾਤੀ ਹੈ, ਨਵੀਂ ਲਾਈਟਾਂ ਲਵਾਤੀਆਂ ਉਹਦੇ 'ਚ ਨਵੀਆਂ। ਹੈਂ ਨਵੀਆਂ ਲਾਈਟਾਂ ਵਾਲੀ? ਹੈਂ ਨਵੀਆਂ ਲਾਈਟਾਂ ਵਾਲੀ ਲੈਣੀ? ਹੋਰ ਲੈਣੀ ਹੈ ਨਵੀਂ? ਕਿਹੜੇ ਰੰਗ ਦੀ ਲੈਣੀ ਦੱਸ? ਗ੍ਰੀਨ ਰੰਗ ਦੀ ਲੈ ਰਹੀ? ਗ੍ਰੀਨ ਦੀ ਛੋਟੀ ਲੈਣੀ ਹੈ। ਛੋਟੀ ਲੈਣੀ ਹੈ? ਉਹ ਵੱਡੀ ਸੀ ਪਹਿਲਾਂ ਵਾਲੀ, ਵੱਡੀ ਆ ਉਹ? ਨਹੀਂ ਉਹ ਵੀ ਛੋਟੀ ਹੈ। ਓਡੀ ਕੀ ਲੈ ਦਈਏ? ਉਹਦੇ ਜਿੱਡੀ ਹੋਈ? ਉਹਦੀ ਜਿੱਡੀ। ਉਹਦੇ ਜਿੱਡੀ? ਕਿਹੜੇ ਜਿੱਡੀ ਦਿਖਾ? ਆ ਗੁਰਫਤਿਹ ਵਾਲੀ ਜਿੱਡੀ? ਇਹ ਤਾਂ ਗੁਰਫਤਿਹ ਦੀ ਸਾਈਕਲ ਹੀ ਆ, ਇਹਦੇ ਜਿੱਡੀ ਲੈਣੀ ਆ? ਓਏ ਕਿਵੇਂ ਅਸ਼ੋਕ? ਆ ਦੇਖ ਇੱਧਰ, ਦੇਖ ਇੱਧਰ ਅਸ਼ੋਕ, ਆ ਦੇਖ। ਇਹਨੂੰ ਦਿਖਦਾ ਨਹੀਂ ਜੀ, ਬੱਚਾ ਬਲਾਈਂਡ ਆ। ਦੇਖੋ ਕੁਦਰਤ ਦੇ ਰੰਗ ਆ। ਇਹ ਸ਼ੌਕ ਉਹੀ ਬੱਚਾ ਵਿਦਿਆ ਤੇ ਸ਼ੌਕ ਜਿਹੜੇ ਸਾਡੇ ਕੋਲ ਆਏ ਸੀ, ਇਹਨਾਂ ਦੇ ਪੇਟ ਦੇ ਵਿੱਚੋਂ ਐਡੇ ਐਡੇ ਬਾਹਰ ਨੂੰ ਲਮਕਦੇ ਸੀ ਜਿਵੇਂ ਬਲੂਨ ਹੁੰਦੇ ਆ। ਹਰਨੀਆਂ ਦੀ ਪ੍ਰੋਬਲਮ ਸੀ ਸ਼ੌਕ ਦੇ ਤੇ ਵਿਦਿਆ ਦੇ। ਦੋਨੇ ਭੈਣ ਭਰਾਵਾਂ ਦਾ ਇੱਥੇ ਆਪਰੇਸ਼ਨ ਹੋਇਆ ਸੀਗਾ 2020 ਦੇ ਵਿੱਚ। ਉਦੋਂ ਬਾਅਦ ਕੋਵਿਡ ਹੋ ਗਿਆ। ਝੁੱਗੀਆਂ ਵਾਲੇ ਨੇ ਪਰਿਵਾਰ, ਝੁੱਗੀਆਂ ਦੇ ਵਿੱਚ ਬੰਜਾਰੇ ਨੇ, ਉੱਥੇ ਰਹਿ ਕੇ ਆਪਣਾ ਗੁਜ਼ਾਰਾ ਕਰਦੇ। ਕਿੱਥੇ ਰਹਿੰਦੇ ਸੀ ਆ ਤੁਸੀਂ? ਅੰਮ੍ਰਿਤਸਰ। ਪਹਿਲਾਂ ਗੁਰੂ ਹਰਸਹਾਏ ਰਹਿੰਦੇ ਸੀ, ਹੈ ਨਾ? ਤਾਂ ਉੱਥੋਂ ਇਹਨਾਂ ਨੇ ਕਿੰਨੇ ਇੱਦਾਂ ਦੇ ਮਰੀਜ਼ ਸਾਡੇ ਕੋਲੇ ਭੇਜੇ ਗੁਰੂ ਹਰਸਹਾਏ ਤੋਂ। ਮੰਨ ਲਓ ਆਰਤੀ ਉਹਨਾਂ ਦੇ ਨਾਲ ਵੀ, ਤੇ ਫਿਰ ਜਿਹੜਾ ਇੱਕ ਅਸੀਂ 2 ਹਸਬੈਂਡ ਵਾਈਫ ਪੈਰ ਮੱਚੇ ਹੋਏ ਸੀ ਉਹ ਵੀ ਇਹਨਾਂ ਨੇ ਭੇਜੇ। ਪਰ ਪਤਾ ਨਹੀਂ ਕਿਉਂ ਮੁੜ ਕੇ ਆਪ ਨਹੀਂ ਇਹ ਆਏ। ਵਿਦਿਆ ਦੀ ਤਾਂ ਮੌਤ ਹੋ ਗਈ ਕਰੋਨਾ 'ਚ, ਕਿਉਂਕਿ ਸੜਕ ਤੇ ਰਹਿੰਦੇ ਹੀ ਫੁੱਟਪਾਥ ਤੇ ਸ਼ੌਕ ਨੂੰ ਵੀ ਨਹੀਂ ਇਹ ਲੈ ਕੇ ਆਏ ਕਦੇ ਚੈੱਕਅਪ ਕਰਾਉਣ। ਹੁਣ ਜਦੋਂ ਸ਼ੌਕ ਨੂੰ ਲੈ ਕੇ ਆਏ ਨਾ, ਤੇ ਸ਼ੌਕ ਦੀ ਅੱਖਾਂ ਦੀ ਲਾਈਟ ਆ ਜਿਹੜੀ ਉਹ ਜਾ ਚੁੱਕੀ ਆ, ਦਿਖਦਾ ਨਹੀਂ ਸ਼ੌਕ ਨੂੰ। ਹੁਣ ਮੋਤੀਆ ਉਤਰ ਗਿਆ। ਇੰਨੀ ਛੋਟੀ ਉਮਰ 'ਚ ਇਸ ਬੱਚੇ ਨੂੰ ਬਿਲਕੁਲ ਨੇੜੇ ਨੇੜੇ ਜਿਵੇਂ ਆ ਚੁੰਨੀ ਦਾ ਰੰਗ ਦਿੰਦਾ ਵਾ ਜਾਂ ਹੋਰ ਆ, ਤੇ ਦੂਰ ਨਹੀਂ ਦਿਖਦਾ। ਪਿੱਛੇ ਨੂੰ ਹੋਇਓ। ਹਾਂ ਸ਼ੌਕ, ਸ਼ੌਕ ਦੇਖੋ। देखो ब्लाइंड हो गया बच्चा छोटी जी उम्र च ही। इन्नी छोटी उम्र च डॉक्टर कहते चिट्टा मोतिया उतरदा नहीं गा छेती किते, ते पर पता नहीं किवें कहते जो वक्त माड़ा हुंदा ना उदों कहते ऊंट ते बैठे नूं भी कुत्ता दंदी वढ़ जांदा, इन्ना उच्चा हुंदा ऊंट। ते वो गल हो गई हुण शौक नाल भी बेचारे नाल। शौक दे अखां दी लाइट चले गई आ। देखो कुर्सी 'च वज्जा के, इहनूं कुर्सी दिखदी नहीं गई। ते ये साडे कोल जदों आया सी शौक
ਉਦੋਂ ਇਹਦੇ ਪੇਟ ਦੇ ਵਿੱਚ ਐਡਾ ਵੱਡਾ ਹਰਨੀਆਂ ਸੀਗੀਆਂ। ਆਹ ਦੇਖੋ ਦੇਖੋ ਮੂਹਰੇ ਪਈ ਕੁਰਸੀ ਵੀ ਦਿਖਾਈ ਨਹੀਂ ਦਿੰਦੀ ਇਹਨੂੰ ਬੱਚੇ ਨੂੰ। ਤੇ ਹੁਣ ਡਾਕਟਰਾਂ ਨੇ ਕੀ ਕਿਹਾ ਇਹਦੇ ਬਾਰੇ? ਪਹਿਲੇ ਆਪਰੇਸ਼ਨ ਹੋਣਾ, ਕੀ ਕਹਿੰਦੇ? 27 ਤਰੀਕ ਦਿੱਤੀ ਆਪਾਂ ਨੂੰ ਡਾਕਟਰਾਂ ਨੇ, 27 ਤਰੀਕ ਦਿੱਤੀ ਆ ਜੀ ਸ਼ੌਕ ਤੇ ਆਪਰੇਸ਼ਨ ਵਾਸਤੇ, ਅੱਖਾਂ ਦੇ ਵਾਸਤੇ। ਸੱਜੀ ਅੱਖ ਦਾ ਆਪਰੇਸ਼ਨ ਪਹਿਲਾਂ ਹੋਊਗਾ, ਫਿਰ ਖੱਬੀ ਦਾ ਹੋਊਗਾ ਬਾਅਦ ਚ ਨਾ। ਸਾਰੇ ਤੁਸੀਂ ਜ਼ਰੂਰ ਅਰਦਾਸ ਕਰ ਦਿਓ, ਕਿਉਂਕਿ ਇਹ ਕੰਮ ਆ ਨਾ ਜਿਹੜੇ ਇਹ ਆਪਰੇਸ਼ਨਾਂ ਨਾਲ ਜਾਂ ਡਾਕਟਰਾਂ ਦੀਆਂ ਉਹਦੇ ਨਾਲ ਨਹੀਂ ਹੁੰਦੇਗੇ। ਜੇ ਇਹ ਹੋਣਾ ਵਾ ਤਾਂ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਨਾਲ ਹੀ ਹੋਣਾ ਵਾ। ਸਤਨਾਮ ਕਿਤੇ ਫੋਟੋਆਂ ਪੁਰਾਣੀਆਂ ਕੱਢੀਆਂ ਹੋਗੇ। ਤੇ ਇਹ ਅਸ਼ੋਕ ਤੇ ਵਿਦਿਆ ਦੋ ਭੈਣ ਭਰਾ ਸੀਗੇ, ਤੇ ਉਹ ਤਾਂ ਵਿਚਾਰੀ ਕਰੋਨਾ ਦੇ ਕਾਲ ਦੇ ਵਿੱਚ ਇਸ ਦੁਨੀਆ ਤੋਂ ਚਲੇ ਗਈ ਆ ਵਿਦਿਆ ਤਾਂ, ਕਿਉਂਕਿ ਇੱਕ ਤਾਂ ਉਹਦੀ ਉਮਰ ਛੋਟੀ ਸੀਗੀ ਤੇ ਆਪਰੇਸ਼ਨ ਹੋਇਆ ਸੀ। ਉਹਦੀ ਕੇਅਰ ਜਿਸ ਹਿਸਾਬ ਨਾਲ ਹੋਣੀ ਚਾਹੀਦੀ ਸੀਗੀ ਉਹ ਪਰਿਵਾਰ ਕਰ ਨਹੀਂ ਪਾਇਆ ਸ਼ਾਇਦ, ਤੇ ਉਹ ਇਸ ਦੁਨੀਆ ਤੋਂ ਚਲੇ ਗਈ ਵਿਚਾਰੀ। ਤੇ ਹੁਣ ਅਸ਼ੋਕ ਵੀ ਉਸੇ ਤਕਲੀਫ ਚੋਂ ਨਿਕਲਿਆ ਉਸ ਟਾਈਮ, ਤੇ ਪਰ ਹੁਣ ਅਸ਼ੋਕ ਉਸ ਟਾਈਮ ਬਿਮਾਰੀ ਤੋਂ ਤਾਂ ਠੀਕ ਹੋ ਗਿਆ ਸੀ, ਪਰ ਆ ਜਿਹੜੀ ਅੱਖਾਂ ਦੀ ਰੋਸ਼ਨੀ ਇਹਦੀ ਨਿੱਕੇ ਜਿਹੇ ਬੱਚੇ ਦੀ ਚਲੇ ਗਈ ਆ। ਤੇ ਇਹਦੇ ਵਿੱਚੋਂ ਵੀ ਇਹ ਠੀਕ ਹੋ ਕੇ ਆਪਣਾ ਇੱਕ ਆਉਣ ਵਾਲਾ ਜੀਵਨ ਆ ਜਿਹੜਾ ਚੰਗਾ ਬਤੀਤ ਕਰੇ। ਇਹ ਤੁਸੀਂ ਸਾਰੇ ਅਰਦਾਸ ਕਰਿਓ ਜੀ, ਅਰਦਾਸ ਬੇਨਤੀ ਕਰਿਓ ਜੀ, ਕਿਉਂਕਿ ਅਰਦਾਸਾਂ ਤੇ ਦੁਆਵਾਂ ਤੁਹਾਡੀਆਂ ਇਸ ਬੱਚੇ ਨੂੰ ਤੰਦਰੁਸਤ ਕਰਨਗੀਆਂ। ਤੇ ਸਾਨੂੰ ਉਸ ਵਾਹਿਗੁਰੂ ਜੀ ਤੇ ਭਰੋਸਾ ਵਾ ਵੀ ਜੇ ਉਹਨਾਂ ਨੇ ਇੱਥੇ ਸ਼ੌਕ ਨੂੰ ਭੇਜਿਆ ਵਾ ਤਾਂ ਜ਼ਰੂਰ ਕੋਈ ਉਹਨਾਂ ਨੇ ਢਾਂਸ ਬਣਾਇਆ, ਉਹਨਾਂ ਨੇ ਇੱਕ ਜ਼ਰੀਆ ਬਣਾਉਣਾ ਸ਼ੌਕ ਦੀ ਆਉਣ ਵਾਲੀ ਜ਼ਿੰਦਗੀ ਨੂੰ ਚੰਗਾ ਕਰਨ ਦੇ ਲਈ। ਅਸੀਂ ਤਾਂ ਇੱਕ ਨਾ ਮਾਤਰ ਜਿਹਾ ਬਹਾਨਾ ਮਹਾਰਾਜ ਨੇ ਸਾਨੂੰ ਬਣਾਉਣਾ, ਬਾਕੀ ਕਾਰਜ ਤਾਂ ਉਹਨਾਂ ਨੇ ਖੁਦ ਹੀ ਕਰਨਾ ਵਾ, ਕਿਉਂਕਿ ਇੰਨਾ ਪਿਆਰਾ ਬੱਚਾ ਵਾ ਸ਼ੌਕ, ਇੰਨਾ ਸੋਹਣਾ ਵਾ। ਤੇ ਇਸ ਬੱਚੇ ਦੇ ਨਾਲ ਮਹਾਰਾਜ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਗੇ, ਉਹ ਜ਼ਰੂਰ ਕੋਈ ਨਾ ਕੋਈ ਜ਼ਰੀਆ ਬਣਾਉਣਗੇ ਤੇ ਇਸ ਬੱਚੇ ਦੀਆਂ ਅੱਖਾਂ ਦੀ ਜਿਹੜੀ ਲਾਈਟ ਆ ਉਹ ਵਾਪਸ ਆਊਗੀ। ਹੈ ਸ਼ੌਕ? ਓਏ ਸ਼ੌਕ ਲੱਭੀਆਂ ਨਹੀਂ ਕਾਕਾ? ਕਿਹੜੇ ਸੰਨ ਚ ਆਏ ਸੀ? ਹਾਂ ਸ਼ੌਕ? ਓਏ ਹਾਂ ਵੀ ਹਾਂ, ਓਏ ਹਾਂ ਵੀ ਹਾਂ, ਹਾਂ ਵੀ ਹਾਂ, ਹਾਂ ਵੀ ਹਾਂ, ਹਾਂ ਵੀ ਹਾਂ। ਹੱਥ ਕਿਵੇਂ ਗਿੱਲਾ ਕਰਿਆ ਮੂੰਹ ਚ ਪਾ ਕੇ? ਓਏ ਸ਼ੌਕ, ਓਏ ਸ਼ੌਕ, ਓਏ ਲਾਲੂ, ਓਏ ਲਾਲੂ, ਓਏ ਲਾਲੂ। ਹੈਂ ਸ਼ੌਕ ਕਿਵੇਂ ਆ ਫਿਰ? ਸ਼ੌਕ ਤੈਨੂੰ ਦਿਖਦਾ ਹੁਣ? ਹੈਂ ਸ਼ੌਕ ਤੈਨੂੰ ਦਿਖਦਾ? ਆ ਦਿਖਦਾ ਤੈਨੂੰ ਪਿਆਰਾ? ਪਿਆਰਾ ਦਿਖਦਾ ਤੈਨੂੰ? ਹੈ ਸ਼ੌਕ? ਦੇਖੋ ਨਿੱਕਾ ਜਿਹਾ ਬੱਚਾ ਵਿਚਾਰਾ। ਉਹ ਸ਼ੌਕ ਬਾਬਾ ਜੀ ਕਿਰਪਾ ਕਰਨਗੇ ਸਾਡੇ ਸ਼ੌਕ ਤੇ, ਸਾਡਾ ਸ਼ੌਕ ਬਿਲਕੁਲ ਠੀਕ ਹੋ ਜਾਊਗਾ, ਹੈ ਨਾ ਸ਼ੌਕ? ਓਏ ਸ਼ੌਕ, ਸ਼ੌਕ ਠੀਕ ਹੋ ਜਾਊਗਾ? ਐਵੇਂ ਸ਼ੌਕ? ਤੇ ਗੱਲ ਕਰਦੇ ਸੀ ਜੀ ਰੇਡੀਓ ਦੀ, ਹੈ ਨਾ, ਵੀ ਸਾਨੂੰ ਛੋਟੇ ਨਿੱਕੇ ਰੇਡੀਓ ਜ਼ਰੂਰ ਪਹੁੰਚਦੇ ਕਰਿਓ ਜੀ। ਤੇ ਇੱਕ 600 ਬੈੱਡ ਸ਼ੀਟਾਂ ਚਾਹੀਦੀਆਂ, ਚਾਦਰਾਂ, ਹੈ ਨਾ। ਤੇ ਉਹ ਕੱਲ ਪੋਸਟ ਪਾਈ ਸੀ, ਵੈਸੇ ਸਾਨੂੰ ਸਾਡਾ ਭਰਾ ਵਾ ਸੁੱਖਾ ਰੰਧਾਵਾ, ਉਹਦਾ ਵੀਰ ਦਾ ਪੋਸਟ ਦੇਖ ਕੇ ਫੋਨ ਆ ਗਿਆ ਸੀਗਾ ਸਾਨੂੰ। ਉਹ ਕਹਿੰਦਾ ਵੀਰੇ ਵੀ ਇਹ ਜਿਹੜੀ ਸੇਵਾ ਵਾ ਸਾਨੂੰ ਦੇ ਦਿਓ। ਤੇ ਸਰਾਣਾ ਵੀ ਚਾਹੀਦਾ ਜੀ 300, ਤੇ ਫਿਰ ਆਪਣਾ ਟੈਂਟ ਚਾਹੀਦਾ ਜੀ, ਟੈਂਟ ਜਿਹੜਾ ਬਾਹਰ ਕੈਂਪ ਲਾਉਂਦੇ ਆ, ਗਰਮੀਆਂ ਬਹੁਤ ਆ ਗਈਆਂ, ਹੈ ਨਾ, ਪੱਖੇ ਕੂਲਰਾਂ ਦੀ ਲੋੜ ਆ। ਤੇ ਟੈਂਟ ਦਾ ਸਮਾਨ ਸੀਗਾ ਤੇ ਪੱਖੇ ਕੂਲਰਾਂ ਸੀਗੇ, ਤੇ ਇੱਕ ਰਾਸ਼ਨ ਦੀ ਲਿਸਟ ਤੁਸੀਂ ਲੈ ਸਕਦੇ ਹੋ। ਕਈ ਚੀਜ਼ਾਂ ਰਾਸ਼ਨ ਦੇ ਵਿੱਚ ਵੀ ਚਾਹੀਦੀਆਂ ਵਾ ਸਮਾਨ ਦੀਆਂ, ਕੁਛ ਇੱਦਾਂ ਦੀਆਂ ਚੀਜ਼ਾਂ ਵਾ ਜਿਹੜੀਆਂ ਪਾਰਟੀਕੂਲਰ ਉਹੀ ਚਾਹੀਦੀਆਂ। ਤੇ ਇੱਕ ਤੁਸੀਂ ਆ ਪਤਾ ਆ ਰੇ ਸ਼ੌਕ, ਆ ਰੇ ਸ਼ੌਕ, ਆ ਕੌਣ ਆ ਸ਼ੌਕ? ਆ ਸ਼ੌਕ ਆ, ਆ ਸ਼ੌਕ ਆ ਗਿਆ, ਆ ਸ਼ੌਕ ਦੀ ਫੋਟੋ ਆ ਸਾਡਾ ਸ਼ੌਕ ਆ ਗਿਆ। ਉਹ ਵਿਦਿਆ ਵਾਲੇ ਸ਼ੌਕ, ਵਿਦਿਆ ਵੀ ਆ ਗਈ। ਉਹ ਸ਼ੌਕ ਤੇ ਵਿਦਿਆ ਦੋਨੇ ਹੀ ਆ ਗਏ। ਓਏ ਸ਼ੌਕ ਆ ਗਿਆ। ਨੇੜੇ ਆ ਜਾ ਭਾਜੀ, ਕਿੱਧਰ ਗਏ ਲਾਈਟ ਵਾਲੇ?
ਮਾੜਾ ਜਿਹਾ ਉਹਦੇ ਸਾਹਮਣੇ ਆ ਜਾਓ, ਮਾੜਾ ਲਾਈਟ ਜੀ ਮਾਰੋ, ਹਨੇਰੇ 'ਚ ਫਿਰ ਡਰ ਜਿਹਾ ਲੱਗਦਾ। ਇਹਦੇ 'ਚ ਕੁਛ ਨਹੀਂ ਵੀਰੇ, ਇਹਦੇ 'ਚ ਇੱਧਰ ਸ਼ੌਕ, ਇੱਧਰ ਸ਼ੌਕ ਇੱਥੇ ਆ ਵੀਰੇ। ਉਹ ਸ਼ੌਕ ਆਹ ਦੇਖੋ, ਆਹ ਦੇ ਸ਼ੌਕ ਦੀਆਂ ਫੋਟੋਆਂ ਆ ਗਈਆਂ। ਸ਼ੌਕ ਸਾਡਾ ਕਿੱਥੋਂ ਆਇਆ ਸੀ, ਕਿੱਥੇ ਚੱਲਿਆ ਸੀਗਾ? ਆਹ ਰੇ ਸ਼ੌਕ, ਓਏ ਆਹ ਰੇ ਆਹ ਰੇ ਆਹ ਰੇ ਮੰਮੀ ਦੀ ਫੋਟੋ। ਆਹ ਸ਼ੌਕ ਦਾ ਜੀ ਪੇਟ ਆ, ਜਿਹਦਾ ਆਪਰੇਟ ਕਰਾਇਆ ਸੀ ਪਹਿਲਾਂ। ਆਹ ਦੇਖੋ, ਆ ਕਿੱਡਾ ਵੱਡਾ ਆਪਰੇਸ਼ਨ ਹੋਇਆ ਸੀ ਉਦੋਂ ਸ਼ੌਕ ਦਾ। ਪੂਰਾ ਢਿੱਡ ਦਾ ਜਿਹੜਾ ਨਾ ਬਲੂਨਿੰਗ, ਐਡਾ ਵੱਡਾ ਬਲੂਨ ਬਾਹਰ ਲੰਮਕਦਾ ਸੀ, ਬਲੈਡਰ। ਹਾਂ ਹਾਂ ਹਾਂ, ਆਹ ਰੇ ਤੇਰੀ ਫੋਟੋ ਸ਼ੌਕ ਪੁਰਾਣੀ, ਆਹ ਰੇ ਤੇਰੀ ਸ਼ੌਕ ਪੁਰਾਣੀ ਫੋਟੋ ਲੱਭ ਗਈ ਓਏ। ਆ ਲੱਭ ਜਾਣੀ ਹੈ, ਹੁਣੇ ਲੱਭ ਜਾਣੀ ਆ ਆਪਾਂ ਨੂੰ ਸਾਡੇ ਸ਼ੌਕ ਦੀਆਂ ਫੋਟੋਆਂ। ਮੰਮੀ ਕੋ ਜਾਣਾ? ਮੰਮੀ ਕਿੱਥੇ ਆ? ਕਿੱਥੇ ਮੰਮੀ? ਮੰਮੀ ਕਿੱਥੇ ਆ? ਗਈ ਮੰਮੀ, ਗਈ ਗਈ ਗਈ, ਹੈ ਨਹੀਂ। ਆ ਲੈ ਜਾ ਜਾ, ਨਾਲੇ ਫੜੋ ਭੈਣੇ, ਫੜ ਲਓ। ਤੇ ਇਸ ਤਰ੍ਹਾਂ ਦੇ ਦੁੱਖ ਤੇ ਤਕਲੀਫਾਂ ਤਾਂ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣੀਆਂ ਹੋਈਆਂ ਹਨਾ। ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਬੜੀਆਂ ਦੁੱਖਾਂ ਤੇ ਤਕਲੀਫਾਂ ਦੇ ਵਿੱਚੋਂ ਨਿਕਲ ਕੇ ਇੱਥੇ ਸਾਡੇ ਕੋਲੇ ਆਉਂਦੇ ਨੇ। ਤੇ ਪਰ ਇਹਨਾਂ ਦੀਆਂ ਦੁੱਖ ਤੇ ਤਕਲੀਫਾਂ ਉਦੋਂ ਬੜੀਆਂ ਛੋਟੀਆਂ ਤੇ ਨਾਰਮਲ ਹੋ ਜਾਂਦੀਆਂ ਜਦੋਂ ਤੁਹਾਡੀਆਂ ਦੁਆਵਾਂ, ਤੁਹਾਡੀਆਂ ਅਸੀਸਾਂ ਵਾ ਜਿਹੜੀਆਂ ਉਹ ਕੰਮ ਕਰਦੀਆਂ ਹਨਾ। ਕਿਉਂਕਿ ਹਮੇਸ਼ਾ ਜਦੋਂ ਤੋਂ ਗੁਰੂ ਦੀ ਸੇਵਾ ਲਾਈ ਹੈ ਸਾਨੂੰ, ਉਹਦੀ ਕਿਰਪਾ ਹੀ ਆ ਇਹ ਵੀ ਜਿਹੜੇ ਇਸ ਤਰ੍ਹਾਂ ਦੇ ਕੇਸ ਜਿਹੜੇ ਠੀਕ ਹੋ ਜਾਂਦੇ ਨੇ, ਜਿਹੜੇ ਕਦੇ ਸੋਚਿਆ ਨਹੀਂ ਸੀਗਾ, ਜਿਹਦੇ ਵਿੱਚ ਡਾਕਟਰ ਵੀ ਜਵਾਬ ਦੇ ਜਾਂਦੇ ਨੇ, ਉਹ ਵੀ ਮੈਂਬਰ ਸਾਡੇ ਕੋਲੇ ਇੱਥੇ ਆ ਕੇ ਠੀਕ ਹੁੰਦੇ ਨੇ, ਜਿਨ੍ਹਾਂ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ। ਤੇ ਬਸ ਤੁਸੀਂ ਅਰਦਾਸ ਕਰਿਓ ਸ਼ੌਕ ਵੀ ਇਸੇ ਤਰ੍ਹਾਂ ਹੀ ਉਸੇ ਚਮਤਕਾਰ ਦਾ ਇੱਕ ਹਿੱਸਾ ਬਣੇ। ਸ਼ੌਕ ਵੀ ਇੱਕ ਉਸੇ ਚਮਤਕਾਰ ਵਾਂਗ ਇਹਦੀ ਵੀ ਜਿਹੜੀ ਅੱਖਾਂ ਦੀ ਲਾਈਟ ਆ ਬਿਲਕੁਲ ਠੀਕ ਹੋ ਜਾਵੇ। ਤੇ ਇਹ ਸਾਡੀ ਬੇਨਤੀ ਹੈ ਜੀ। ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ। ਸਾਈਕਲ ਕੋਈ ਨਾ ਲਿਆਵਾਂਗੇ ਪੁੱਤ, ਚੱਲਾਂਗੇ ਸਾਈਕਲ ਲੈਣ ਵੀ। ਜਦੋਂ ਮੈਂ ਜਾਊਂਗਾ ਨਾ ਤੈਨੂੰ ਦਵਾ ਲਿਆਉਂਗਾ ਸਾਈਕਲ, ਠੀਕ ਆ ਆਰਤੀ? ਕਿਹੜਾ ਸਾਈਕਲ ਲੈਣਾ ਤੂੰ ਹੁਣ? ਆਹ ਸੀ ਗੱਲ ਜੀ। ਆਹ ਸ਼ੌਕ ਦੀਆਂ ਤਸਵੀਰਾਂ ਜੀ ਉਸ ਟਾਈਮ ਦੀਆਂ। ਆ ਦੇਖੋ ਕਿੱਡਾ ਵੱਡਾ ਇਹਦੇ ਪੇਟ ਦੇ ਵਿੱਚ ਬੱਚੇ ਦੇ ਇੱਦਾਂ ਇੱਕ ਹਰਨੀਆਂ ਦਾ ਉਹ ਭਰਿਆ ਹੋਇਆ ਸੀਗਾ ਹਨਾ, ਬਲੈਡਰ। ਤੇ ਇਹ ਸ਼ੌਕ ਦੀ ਉਸ ਟਾਈਮ ਦੀ ਤਸਵੀਰ ਆ। ਉਦੋਂ ਸ਼ੌਕ ਇੱਦਾਂ ਦਾ ਸੀ। ਸ਼ੌਕ ਤਾਂ ਹੁਣ ਉਦੋਂ ਵੀ ਕਮਜ਼ੋਰ ਹੋ ਗਿਆ, ਜਿਵੇਂ ਕਹਿ ਦਈਏ ਨਾ, ਜਿਵੇਂ ਹੋਰ ਵੀ ਛੋਟਾ ਹੋ ਗਿਆ ਹੁੰਦਾ ਸ਼ੌਕ। ਆ ਇਹਦੀ ਭੈਣ ਸੀ ਵਿਦਿਆ, ਉਹਦੇ ਵੀ ਇੱਦਾਂ ਸੀਗਾ ਵਿਦਿਆ ਦੇ। ਇਹ ਵਿਚਾਰੀ ਇੱਦਾਂ ਹੀ ਕਰੋਨਾ ਦੇ ਚੱਕਰ 'ਚ ਚਲੇ ਗਈ ਹੈ। ਇਹ ਵੀ ਵਿਚਾਰੀ ਸੜਕ 'ਤੇ ਹੀ। ਤੇ ਕਿਉਂਕਿ ਪਤਾ ਨਹੀਂ ਗਰੀਬ ਦੇ ਹਿੱਸੇ ਦੇ ਵਿੱਚ ਦੁੱਖ ਹੀ ਆਉਂਦੇ ਨੇ। ਅਤੇ ਵਿਦਿਆ ਵਿਚਾਰੀ, ਉਹ ਵੀ ਬੜੀ ਸੋਹਣੀ ਸੀ ਕੁੜੀ। ਤੇ ਬਸ ਉਹ ਐਂ ਕਿਹੜੀ ਤਰੀਕ ਨੂੰ ਆਈ ਸੀ ਇਹ? ਦਸੰਬਰ 20 ਚ ਆਇਆ। ਨਵੰਬਰ 2020। ਹਾਂ, ਨਵੰਬਰ 2020 ਦੇ ਵਿੱਚ ਇਹ ਸਾਡੇ ਕੋਲ ਆਏ ਸੀਗੇ। ਇਹ ਕਿਹਦੀ ਹੈ? ਇਹ ਦੇਖੋ ਆ ਬੱਚੀ ਵਿਦਿਆ ਕਿੱਦਾਂ ਉਸ ਟਾਈਮ ਰੋਂਦੇ ਸੀਗੇ, ਬਹੁਤ ਤਕਲੀਫ ਸੀ ਬੱਚੇ। ਦੇ ਵਿੱਚ ਆਏ ਸੀ, ਇਹਨਾਂ ਦੇ ਪੇਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿੱਡੇ ਕਿੱਡੇ ਬਾਹਰ ਇੱਕ ਮਾਸ ਦੇ ਲੋਥੜੇ ਲਟਕਦੇ ਸੀ, ਜਿਹਨੂੰ ਹਰਨੀਆਂ ਦੀ ਬਿਮਾਰੀ ਕਿਹਾ ਜਾਂਦਾ। ਦੋਨੋਂ ਬੱਚੇ ਬਚਪਨ ਤੋਂ ਹੀ, ਜਨਮ ਤੋਂ ਹੀ ਏਦਾਂ ਦੀ ਬਿਮਾਰੀ ਨਾਲ ਪੈਦਾ ਹੋਏ ਸੀ। ਗੁਰੂ ਹਰ ਸਹਾਇ ਤੋਂ ਇਹ ਸਾਡੇ ਕੋਲੇ ਪਹੁੰਚੇ। ਚੁੰਗੀ ਝੌਂਪੜੀ ਦੇ ਵਿੱਚ ਰਹਿੰਦਾ ਪਰਿਵਾਰ। ਉੱਥੋਂ ਸਾਡੇ ਰੀਨਾ ਭੈਣ ਜਿਹੜੇ ਟੀਚਰ ਸੀ, ਪੜ੍ਹਾਉਂਦੇ ਸੀ ਉੱਥੇ, ਉਹਨਾਂ ਨੇ ਇਹਨਾਂ ਨੂੰ ਦੇਖਿਆ ਤੇ ਸਾਡੇ ਨਾਲ ਸੰਪਰਕ ਕੀਤਾ ਸੀ। ਉਹ ਰੀਨਾ ਸੀ ਭੈਣ ਆ ਨਾ, ਟੀਚਰ ਜਿਹਨੇ ਦੱਸਿਆ ਸੀ ਹਨਾ। ਇਹ ਰੋਸ਼ਨੀ ਆ ਭੈਣ ਦਾ ਨਾਮ, ਇਹਨਾਂ ਦੀ ਮੰਮੀ ਆ। ਤੇ ਮੌਸੀ ਹੈ ਤੁਹਾਡੀ? ਆਹ ਦੇਖੋ ਜੀ, ਆ ਗਏ ਸ਼ੌਕ ਤੇ ਵਿਦਿਆ ਦੀਆਂ ਤਸਵੀਰਾਂ। ਕਿਉਂਕਿ ਫੋਨ 'ਚ ਫੋਟੋ ਬਹੁਤ ਜ਼ਿਆਦਾ ਵਾ, ਪਤਾ ਨਹੀਂ ਲੱਗਦਾ।
ਆ ਦੇਖੋ ਅਸ਼ੋਕ ਦਾ ਕਿੱਡਾ ਵੱਡਾ ਸੀਗਾ ਉਸ ਟਾਈਮ ਪੇਟ ਦੇ ਵਿੱਚ ਨਾ, ਜਿਹੜਾ ਬਲੂਨ ਜਿਹਾ ਬਣਿਆ ਹੋਇਆ ਸੀਗਾ, ਤੇ ਗਰੀਬੀ ਦੇ ਚੱਕਰ 'ਚ ਇਹਨੂੰ ਠੀਕ ਵੀ ਨਹੀਂ ਸੀ ਕਰਾ ਪਾ ਰਹੇ ਉਸ ਟਾਈਮ। ਤੇ ਹੁਣ ਦੋਨੇ ਭੈਣ ਭਰਾਵਾਂ ਦੇ ਉਦੋਂ ਆ ਹਾਲਾਤ ਸੀਗੇ, ਆਪਰੇਸ਼ਨ ਕਰਾਏ ਸੀਗੇ। ਸਭ ਤੋਂ ਵੱਡਾ ਤਾਂ ਅਸ਼ੋਕ ਦੇ ਪੇਟ ਦੇ ਵਿੱਚ ਦੇਖੋ ਕਿੱਡਾ ਵੱਡਾ ਥੈਲਾ ਜਿਹਾ ਲਮਕਦਾ ਸੀ ਹੈ। ਬ੍ਰਾਈਟਨੈਸ ਕਿੱਦਾਂ ਸੀਗਾ ਆ ਦੋਨੇ ਭੈਣ ਭਰਾਵਾਂ ਨੂੰ ਕਿੱਦਾਂ ਚੱਕਿਆ ਹੋਇਆ ਸੀ ਮੇਰਾ। ਤੇ ਇੱਥੇ ਉਸ ਟਾਈਮ ਸਾਡੇ ਕੋਲ ਰਹਿ ਕੇ ਗਏ ਸੀ 4-5 ਮਹੀਨੇ ਬੱਚੇ। ਉਦੋਂ ਬਾਅਦ ਫਿਰ ਕੋਵਿਡ ਦਾ ਦੌਰ ਚੱਲ ਪਿਆ, ਬਹੁਤ ਜ਼ਿਆਦਾ ਕਰੋਨਾ ਵੱਧ ਗਿਆ ਸੀ, ਤੇ ਇਹ ਕਹਿੰਦੇ ਸੀ ਅਸੀਂ ਜਾਣਾ ਵਾਪਸ, ਵੀ ਸਾਡੇ ਨਾਲ ਦੇ ਸਾਰੇ ਬੱਚੇ ਜਾਂ ਸਾਡਾ ਪਰਿਵਾਰ ਆ ਜਿਹੜਾ ਉਹ ਉੱਥੇ ਆ। ਤਾਂ ਫਿਰ ਇਹ ਉੱਥੇ ਚਲੇ ਗਏ। ਤਾਂ ਫਿਰ ਸਾਨੂੰ ਡੇਢ ਸਾਲ ਬਾਅਦ ਪਤਾ ਲੱਗਿਆ ਵੀ ਵਿੱਦਿਆ ਤਾਂ ਇਸ ਦੁਨੀਆ ਤੋਂ ਚਲੇ ਗਈ ਹੈ ਵਿਚਾਰੀ। ਤੇ ਹੁਣ ਅਸ਼ੋਕ ਬਾਰੇ ਪਤਾ ਲੱਗਿਆ ਵੀ ਅਸ਼ੋਕ ਅੱਖਾਂ ਤੋਂ ਬਲਾਈਂਡ ਹੋ ਗਿਆ, ਅੱਖਾਂ ਦੀ ਰੋਸ਼ਨੀ ਚਲੇ ਗਈ ਅਸ਼ੋਕ ਦੀ। ਅਸ਼ੋਕ ਆ ਘੰਟੀ ਮਾਰੇ ਇੱਥੋਂ ਆਰੇ। ਚਲੋ ਅਰਦਾਸ ਕਰਿਓ ਜੀ ਅਸ਼ੋਕ ਵਾਸਤੇ। ਤੇ ਹੁਣ ਇੱਧਰ ਸਾਡੇ ਸੈਰ ਕਰਨ ਲੱਗ ਗਏ ਨੇ ਸਾਰੇ ਮੈਂਬਰ। ਇਹ ਸਾਡਾ ਛੱਜੂ ਬਾਪੂ ਆ, ਛੱਜੂ ਬਾਬਾ ਸਾਡਾ ਕਾਇਮ ਆ ਜਮਾ। ਹੁਣ ਛੱਜੂ ਬਾਬੇ ਦੀ ਬੇਟੀ ਆ ਸੰਦੀਪ ਭੈਣ, ਉਹ ਵੀ ਠੀਕ ਆ ਜਮਾ ਹੁਣ ਹਨਾ। ਛੱਜੂ ਬਾਬੇ ਹਾਂ ਭੇਜਾਂਗੇ ਭੇਜਾਂਗੇ। ਇਹਦਾ ਬਾਪੂ ਦਾ ਬੇਟਾ ਵਾ ਗਗਨੀ, ਉਹ ਤਾਂ ਜਮਾ ਹੀ ਠੀਕ ਆ। ਉਹ ਤਾਂ ਮੰਨ ਲਓ ਸਾਡੇ ਨਾਲ ਇੰਨੀ ਸੇਵਾ ਕਰਦਾ, ਯਾਨੀ ਕਿ 2-2 ਬੰਦਿਆਂ ਦੀ ਇਕੱਲਾ ਸੇਵਾ। ਕਿੱਥੇ ਗਗਨੀ? ਹੈਂ? ਦੀ ਡਿਊਟੀ ਲੱਗੀ ਆ ਨੇ, ਐਪਰਨ ਲਾਉਣੇ ਆ ਸਾਰਿਆਂ ਦੇ ਗਲ ਚੋਂ, ਐਪਰਨ ਲਾਈ ਜਾਣੇ ਆ। ਤੇ ਉਸੇ ਐਪਰਨ ਦੇ ਨਾਲ ਹੀ ਉਹਦਾ ਮੂੰਹ ਆ ਜਿਹੜਾ ਸਾਫ਼ ਕਰ ਦੇਣਾ ਮੈਂਬਰ ਦਾ, ਜਿਹਦੇ ਗਲ ਚੋਂ ਐਪਰਨ ਲੈਣਾ ਮੈਂ ਇਹ ਹਨਾ, ਤਾਂ ਜੋ ਫਿਰ ਐਪਰਨ ਧੋਣ ਵਾਸਤੇ ਭੇਜ ਦੇਣੇ ਆ। ਤੇ ਜਿਹੜੇ ਕਿਸੇ ਮੈਂਬਰ ਦਾ ਇਦਾਂ ਮੂੰਹ ਨਾਲ ਲਿਬੜਿਆ ਰਵੇ ਦਾਲ ਸਬਜ਼ੀ ਨਾਲ ਹਨਾ। ਤੇ ਗੁਰਦਿੱਤਾ ਹੁਣ ਸਾਡਾ ਰੋਟੀ ਪ੍ਰਸ਼ਾਦਾ ਛਕਣ ਲਈ ਨਾ ਆਪ ਬਹੁਤ ਜ਼ਿਆਦਾ ਕੋਸ਼ਿਸ਼ ਕਰਦਾ। ਦੇਖੋ ਇਹ ਹੁਣ ਕੱਲਾ ਦੇਖੋ ਹੌਲੀ ਹੌਲੀ ਡਾਕਟਰ ਵੀ ਕਹਿੰਦੇ ਆ ਵੀ ਇਹਨੂੰ ਥੋੜਾ ਜਿਹਾ ਮੰਨ ਲਓ ਇੰਡੀਪੈਂਡੈਂਟ ਹੋਣ ਦੀ ਲੋੜ ਆ। ਤੇ ਇਹਦੀ ਜਿਹੜੀ ਸੈਲਫ ਪਾਵਰ ਆ ਉਹ ਵਧਣੀ ਚਾਹੀਦੀ ਆ। ਹਲੇ ਸਬਜ਼ੀ ਖਾ। ਤੇ ਜਿਹਦੇ ਨਾਲ ਹੁਣ ਗੁਰਦਿੱਤਾ ਆਪਣੇ ਵੱਲੋਂ ਕੋਸ਼ਿਸ਼ ਵੀ ਬਹੁਤ ਕਰਦਾ ਵਾ, ਇਹ ਵੀ ਨਹੀਂ ਹੈਗਾ ਵੀ ਗੁਰਦਿੱਤਾ ਟਰਾਈ ਨਹੀਂ ਕਰਦਾ। ਕਾਕਾ ਜੀ ਇੱਕ ਥਾਲੀ 'ਚ ਪ੍ਰਸ਼ਾਦਾ ਦਿਓ ਪਾ ਕੇ, ਯਾਰ ਮੈਂ ਵੀ ਛਕਣਾ ਵਾ। ਹਾਂ ਤੂੰ ਵੀ ਛਕਣਾ ਵਾ, ਆਪਾਂ ਦੋਨਾਂ ਨੇ ਛਕਣਾ ਵਾ। ਸੱਚ ਬਾਹਰ ਵੀ ਚੱਲਾਂਗੇ, ਪਰ ਪਹਿਲਾਂ ਪ੍ਰਸ਼ਾਦਾ ਛਕ ਕੇ ਫੇਰ ਚੱਲਾਂਗੇ ਬਾਹਰ ਤੂੰ ਤੇ ਮੈਂ। ਪਿਆਰ ਨਾਲ ਬਿੱਲੇ ਚੱਪਲਾਂ ਨਹੀਂ ਵੀਰੇ ਲੰਗਰ 'ਚ। ਇੱਕ ਮਿੰਟ ਪੁੱਤ ਕਰਦੇ ਆਂ ਗੱਲ, ਕਰਦੇ ਆਂ। ਓਏ ਕਿਵੇਂ ਆ ਪ੍ਰੇਮ, ਕਿਵੇਂ ਆ ਰਵੀ, ਕੀ ਹਾਲ ਨੇ? ਤੇਰਾ ਕੀ ਨਾਮ ਆ? ਰਾਜਕੁਮਾਰ। ਰਾਜਕੁਮਾਰ। ਤੇਰਾ ਕੀ ਨਾਮ ਆ? ਰਵੀ। ਇਹ ਤਾਂ ਸਾਡਾ ਪ੍ਰੇਮ ਕੁਮਾਰ ਆ, ਰਾਜਕੁਮਾਰ ਨਹੀਂ, ਇਹ ਤਾਂ ਪ੍ਰੇਮ ਕੁਮਾਰ ਆ। ਇਹ ਦੇਖੋ ਰਾਜਕੁਮਾਰ ਤੇ ਆ ਰਵੀ ਕੁਮਾਰ, 2 ਬੱਚੇ ਦੇਖੋ ਰੱਬ ਨੇ ਸਾਡੇ ਨਾਲ ਕਿੱਦਾਂ ਜੋੜੇ। ਇਹ ਬੱਚੇ ਹਰਿਆਣੇ ਚੋਂ ਆਏ ਨੇ ਸਾਡੇ ਕੋਲੇ। ਕਿਹੜਾ ਪਿੰਡ ਆ? ਤਲਵਾੜੀ। ਤਲਵਾੜੀ ਪਿੰਡ ਆ। ਮੇਰਾ ਤਲਵਾੜੀ ਨੇੜੇ ਕੀ ਆ? ਮੇਰਾ ਘਰ ਕੀ ਆ? ਘਰ ਤੇਰਾ ਘਰ? ਇਹਦਾ ਘਰ ਤੇਰਾ ਨਹੀਂ? ਕਿੱਥੇ ਆ? ਤਲਵਾੜੀ। ਤਲਵਾੜੀ ਆ ਕੋਲੇ। ਹੋਰ ਪਿੰਡ ਕਿਹੜਾ ਨਾਲ? ਉਹ ਖਾਲਸਾ ਜੀ ਉਹਨਾਂ ਦਾ ਧੰਨਵਾਦ ਆ ਜਿਹੜੇ ਵੀਰ ਇੱਥੇ ਲੈ ਕੇ ਆਏ। ਉਹਨਾਂ ਨੇ ਦੱਸਿਆ ਇਹਨਾਂ ਦੇ ਮਾਂ-ਬਾਪ ਦੋਨੇ ਚਲੇ। ਕਨੂਮਾ ਕਨੂਆ ਹੈ? ਸਾਈਕਲ ਲਵੇਂਗਾ ਤੂੰ? ਉਹ ਤੈਨੂੰ ਸਾਈਕਲ ਲੈ ਦਾਂਗੇ ਯਾਰ, ਗੱਲ ਆ ਕੋਈ। ਓਏ ਪ੍ਰੇਮ ਕੁਮਾਰ, ਓਏ ਰਾਜਕੁਮਾਰ, ਤੈਨੂੰ ਸਾਈਕਲ ਵੀ ਲੈ ਦਾਂਗੇ। ਇਹ ਬੱਚੇ ਦੇ ਸਿਰ ਦੇ ਵਿੱਚ ਜ਼ਖਮ ਸੀਗੇ ਜੀ, ਕੀੜੇ ਤੱਕ ਪੈ ਜਾਂਦੇ ਸੀ। ਉਹ ਵੀਰਾਂ ਨੇ ਕੱਢੇ ਕੀੜੇ, ਜ਼ਖਮ ਸਾਫ਼ ਕੀਤੇ ਖਾਲਸਾ ਜੀ ਉਹਨਾਂ ਨੇ। ਤੇ ਜਿਹੜੇ ਸਾਡੇ ਕੋਲ ਲੈ ਕੇ ਵੀ ਆਏ ਇਹਨਾਂ ਬੱਚਿਆਂ ਨੂੰ ਹਨਾ। ਤੇ ਹੁਣ ਇਹ ਸਾਡੇ ਪਰਿਵਾਰ ਦਾ ਹਿੱਸਾ। ਪਹਿਲਾਂ ਥੋੜੇ ਕੁ ਦਿਨ ਇਹਨਾਂ ਦਾ ਜੀ ਨਾ ਲੱਗੇ, ਕਹੀ ਜਾਇਆ ਕਰੇ ਘਰੇ ਜਾਣਾ ਘਰੇ ਜਾਣਾ ਘਰੇ ਜਾਣਾ। ਹੁਣ ਤਾਂ ਨਹੀਂ ਆਣਾ, ਹੁਣ ਤਾਂ ਜੀ ਲੱਗ ਗਿਆ ਇੱਥੇ। ਲੱਗ ਗਿਆ ਜੀ। ਹਾਂ ਤੈਨੂੰ ਤਾਂ ਜੀ ਲੱਗ ਗਿਆ ਤੇਰਾ? ਹਾਂ ਇਹ ਤਾਂ ਲੱਗ ਗਿਆ। ਤੇਰਾ ਤਾਂ ਵੀ ਬੜਾ ਨਹੀਂ ਲੱਗਦਾ ਜੀ। ਤੈਨੂੰ ਵੀ ਸਾਈਕਲ ਲੈ ਰਹੀ ਹੈ ਫਿਰ ਇੱਕ? ਤੈਨੂੰ ਵੱਡਾ ਸਾਈਕਲ ਲੈ ਦਾਂਗੇ, ਵੱਡਾ। ਮੈਂ ਘਰੇ ਜਾਊਂਗਾ। ਘਰੇ ਜਾਏਗਾ? ਘਰੇ ਚੱਲਾਂਗੇ ਫਿਰ ਇਕੱਠੇ ਹੀ ਚੱਲਾਂਗੇ, ਸਾਈਕਲ ਤੇ ਹੀ ਚੱਲਾਂਗੇ, ਸਾਈਕਲ ਤੇ। ਠੀਕ ਆ, ਸਾਈਕਲ ਲੈ ਲਾਂਗੇ ਫਿਰ ਆਪਾਂ ਸਾਈਕਲ ਤੇ। ਤੂੰ ਬੱਸ ਤੇ ਜਾਏਗਾ? ਆਰਤੀ ਨੇ ਪਤਾ ਕਰਤੇ ਜਾਣਾ ਘਰੇ।
ਸਾਈਕਲ ਤੇ ਜਾਣਾ। ਆਰਤੀ ਨੇ ਆਰਤੀ ਉਰਿਆ ਇਹਦੇ ਵੀ ਦੇਖ ਲੈ ਵੀਰੇ ਦੇ ਸੱਟ ਲੱਗ ਗਈ ਸੀ ਸਿਰ 'ਚ। ਆਰਤੀ ਇਹਦੇ ਨਾ ਵੀਰੇ ਦੇ ਯਾਰ ਇਹਦੇ ਪੱਟੀ ਹੁੰਦੀ ਹੈ ਹਜੇ ਵੀ, ਤੇਰੇ ਵੀ ਪੱਟੀ ਇਹਦੇ ਆਰਤੀ ਦੇ ਵੀ ਪੱਟੀ ਹੁੰਦੀ ਤੈਨੂੰ ਪਤਾ। ਇੱਥੇ ਆਰਤੀ ਦੇ ਢੂਈ ਤੇ ਪੱਟੀ ਹੁੰਦੀ ਸੀ। ਯਾਰ ਦੇਖ ਲਾ ਇਹਦੇ ਢੂਈ ਤੇ ਆਰਤੀ ਦੇ ਨਾ ਸਾਰੇ ਯਾਰ ਦੇਖ ਲਾ ਜ਼ਖਮ ਸੀਗਾ ਇਹਦੇ। ਹੁਣ ਤਾਂ ਸਾਡੀ ਆਰਤੀ ਜਮਾਂ ਠੀਕ ਹੋ ਗਈ ਆ ਰਵੀ, ਹੈਨਾ। ਹੁਣ ਤਾਂ ਮੇਰੀ ਧੀ ਆਰਤੀ ਜਮਾਂ ਹੀ ਠੀਕ ਹੋ ਗਈ ਆ। ਔਰ ਗੁਰਫਤਿਹ ਵਾਲਾ ਸਾਈਕਲ ਚਲਾ ਲਈ ਤੂੰ? ਸਾਈਕਲਾਂ ਕਿਦੋਂ ਚਲਾਉਣੀ ਆ? ਹੁਣੇ ਚਲਾਉਣੀ ਆ ਆਪਾਂ। ਸਾਈਕਲ ਸਾਰੇ ਇੱਕ ਲਾਈਨ 'ਚ ਖੜੇ ਹੋਵੋ ਬਈ ਫੌਜੀ। ਜਿੰਨੇ ਫੌਜੀ ਸਾਡੇ ਮਨੁੱਖਤਾ ਦੀ ਸੇਵਾ ਦੇ ਨੇ ਇੱਕ ਲਾਈਨ 'ਚ ਰੋਟੀ ਖਾਣੀ ਪਹਿਲਾਂ। ਹਾਂ ਆਪੇ ਮੂੰਹ ਦੇਖ ਲਿਬੜਿਆ ਫੌਜੀ ਦਾ। ਹੁਣੇ ਮੈਂ ਤੇਰੀ ਤਾਰੀਫ ਕਰਕੇ ਹਟਿਆ, ਤੂੰ ਹੁਣੇ ਦੇਖ ਲੈ ਲਿਬੜਿਆ ਛੱਡਤਾ ਮੂੰਹ। ਹੁਣੇ ਮੈਂ ਕਹਿ ਕੇ ਹਟਿਆ ਵੀ ਅਨਮੋਲ ਸਾਡਾ ਡਿਊਟੀ ਦੇ ਰਿਹਾ ਭਾਈ। ਇੱਥੇ ਬੈਠ ਪਿਆਰਿਆ, ਬੈਠ ਇੱਥੇ, ਮੈਂ ਵੀ ਬਹਿਣਾ। ਬੈਠ ਇੱਥੇ, ਬੈਠ। ਆਹ ਥਾਲੀਆਂ ਚੱਕੋ ਵੀਰੇ, ਓਏ ਆਹ ਥਾਲੀਆਂ ਚੱਕਿਆ ਕਰੋ ਅਨਮੋਲ। ਜੇ ਥਾਲੀਆਂ ਬਾਪੂ ਛੱਡ ਗਿਆ ਤੁਹਾਡਾ ਹੱਕ ਬਣਦਾ ਚੱਕਣ ਦਾ, ਲੈ ਕੇ ਜਾਇਆ ਕਰੋ। ਇੱਥੇ ਆ ਜਾਓ ਫੌਜੀ ਸਾਰੇ ਲਾਈਨ 'ਚ, ਇੱਕੋ ਲਾਈਨ 'ਚ ਸਾਰੇ ਫੌਜੀ, ਇੱਕੋ ਲਾਈਨ 'ਚ ਸਾਰੇ ਫੌਜੀ। ਕਿੱਥੇ? ਇੱਕੋ ਲਾਈਨ 'ਚ ਸਾਰੇ ਫੌਜੀ ਉੱਥੇ ਹੀ। ਪਿੱਛੇ ਬੈਠਣ ਵਾਲਾ ਸਾਈਕਲ ਤੇ ਚਲਾਇਆ ਕੌਣ ਕਰੂਗਾ? ਤੇ ਪਿੱਛੇ ਕੌਣ ਬੈਠਾ ਕਰੂਗਾ? ਕਿਹੜੀ ਭੈਣ? ਤੂੰ ਤਾਂ ਨਿੱਕੀ ਜਿਹੀ ਆ, ਤੂੰ ਵੱਡਾ ਸਾਈਕਲ। ਤੂੰ ਵੱਡਾ ਲੈਣਾ ਸਾਈਕਲ? ਜੀਵਨ ਨਾ ਕਰਦੇ ਆ ਗੱਲ ਬਾਅਦ 'ਚ ਕਰਦੇ। ਨਿੱਕਾ ਲੈਣਾ ਫਿਰ ਚਲਾਇਆ ਕਿਵੇਂ ਕਰੇਂਗੀ? ਫਿਰ ਪਿੱਛੇ ਕੌਣ ਬਿਠਿਆ ਕਰੂ? ਤੂੰ ਪਿੱਛੇ ਬੈਠ। ਪਿੱਛੇ ਕਿਹਨੂੰ ਬਿਠਾਏਂਗੀ ਦੱਸ? ਆ ਜਾ ਵੀ ਪਿਆਰਿਆ। ਹਾਂ ਕਿ ਥਾਲੀ 'ਚ ਪ੍ਰਸ਼ਾਦਾ ਵੀ ਲਿਆ ਕੇ ਦੇ ਹੋਰ। ਪਿਆਰੇ ਨੂੰ ਤਾਂ ਪ੍ਰਸ਼ਾਦਾ ਛਕਾ ਲੈਣਾ ਸੀ ਆਪੇ। ਹੈ ਪਿਆਰੇ ਨੂੰ ਪ੍ਰਸ਼ਾਦਾ ਕਾਹਤੋਂ ਨਹੀਂ ਛਕਾਇਆ? ਇੱਥੇ ਲਾ ਮੂਹਰੇ ਕੁਰਸੀ ਪਿਆਰੇ, ਇੱਧਰ ਆ ਮੂਹਰਲੇ ਪਾਸੇ ਮੇਰੇ, ਇੱਥੇ ਆ ਜਾ। ਹੋਰ ਕਰ ਕਾਂ ਕੁਰਸੀ, ਹੋਰ ਕਰ। ਤੇ ਬਸ ਜੀ ਇੰਨੀਆਂ ਕੁ ਬੇਨਤੀਆਂ। ਸਾਡੇ ਪਰਿਵਾਰ ਦੇ ਮੈਂਬਰ ਸਾਰੇ ਹੁਣ ਸੈਰ ਕਰਨ ਲੱਗ ਗਿਆ। ਲੱਕੜਾ ਆ ਜਾ ਪੁੱਤ, ਜਿਨ੍ਹਾਂ ਨੇ ਨਹੀਂ ਖਾਧੀ ਖਾ ਲਓ, ਆ ਜਾਓ। ਫਿਰ ਬਾਅਦ 'ਚ ਨਹੀਂ ਮਿਲਣੀ।
ਇੱਧਰ ਇਹੜਾ ਚਮਕੌਰ ਜੇ ਕੋਈ ਬਣਦਾ ਕਿ ਨਾ ਫੇਰ ਆਪਣੀ ਸਮਝ ਲਾਉਂ ਦੇਖੀ ਚੱਲੀ ਕਿੱਲੀ ਤੂੰ ਤਾਂ ਪਿੱਛੇ ਰਹਿ ਉਹ ਆ ਪਿੱਛੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਸੋਨਿਆ ਲੈ ਚਿੜਿਆ ਪਾਰੇ ਆ ਰਿਹਾ ਭਾਈ 10-15 ਮਿੰਟ ਤੱਕ ਆ ਜਾਏ ਬਣ ਕੇ ਪਾਇਆ ਕਰ ਆ ਚਟਨੀ ਹਰ ਰੋਜ਼ ਇਸੇ ਤਰ੍ਹਾਂ ਦੀ ਬਣੇ ਕੀ ਇਹ ਸ਼ੱਕਰ ਪਾਈ ਹੋਈ ਆ ਬਹੁਤ ਸਵਾਦ ਬਣੀ ਚਟਨੀ ਪੁਦੀਨਾ ਥੋੜਾ ਜਿਹਾ ਵਧਾ ਦਿਓ ਪੁਦੀਨਾ ਘੱਟ ਆ ਇਹ ਵੈਸ਼ ਨੂੰ ਦੱਸ ਆ ਜੀ ਤੇ ਵੀਰ ਦਾ ਚੂੜਾ ਟੁੱਟਿਆ ਹੋਇਆ ਸੀ ਇੱਕ ਪਾਸੇ ਦੀ ਲੱਤ ਟੁੱਟੀ ਹੋਈ ਸੀ ਬੱਦਨੀ ਪਿੰਡ ਤੋਂ ਮੋਗੇ ਜ਼ਿਲ੍ਹੇ ਤੋਂ ਲੈ ਕੇ ਆਏ ਸੀਗੇ ਉਹਨੇ ਵੀਰ ਲਾਂਗਰੀ ਦਾ ਕੰਮ ਜਾਣਦਾ ਬਾਈ ਕਹਿੰਦਾ ਮੈਂ ਪਹਿਲਾਂ ਹਲਵਾਈ ਹੁੰਦਾ ਸੀਗਾ ਤੇ ਹੁਣ ਕਹਿੰਦਾ ਮੈਂ ਬਾਈ ਠੀਕ ਹੋ ਕੇ ਤੇ ਸੇਵਾ ਕਰਾਇਆ ਕਰਨੀ ਆ ਸਾਲ 1.5 ਸਾਲ ਹੋ ਗਿਆ ਇਹਨੂੰ ਦਾਲ ਸਬਜ਼ੀ ਸਾਰੀ ਇਹੀ ਤਿਆਰ ਕਰਦਾ ਬਾਈ ਤੇ ਇਹਨੇ ਹੀ ਦਾਲ ਸਬਜ਼ੀ ਤਿਆਰ ਕਰਨੀ ਆ ਜਮਾ ਸਿੰਪਲ ਸਬਜ਼ੀ ਦਾਲ ਤੜਕਾ ਮਸਾਲਾ ਰਹਿਤ ਗਰਮ ਮਸਾਲਾ ਤਾਂ ਅਸੀਂ ਵਰਤਦੇ ਨਹੀਂ ਇੱਥੇ ਸਿਰਫ ਹਲਦੀ ਹਰੀ ਮਿਰਚ ਤੇ ਲੂਣ ਇਹੀ ਚੀਜ਼ਾਂ ਪਾਉਂਦੇ ਆ ਸਬਜ਼ੀਆਂ ਸਾਡੀਆਂ ਕਾਫੀ ਘਰ ਦੀਆਂ ਹੋ ਜਾਂਦੀਆਂ ਪਿੱਛੇ ਅਸੀਂ ਕਰੀਬ ਪੌਣਾ ਕਿੱਲਾ ਕੱਦੂ ਤਰ੍ਹਾਂ ਗੋਭੀ ਹੁਣ ਸਿਆਲਾਂ ਦੇ ਵਿੱਚ ਵੀ ਸਾਡੇ ਕੋਲੇ ਸਬਜ਼ੀਆਂ ਸਿਆਲਾਂ ਵਾਲੀਆਂ ਸਾਰੀਆਂ ਰਹੀਆਂ ਹੁਣ ਗਰਮੀਆਂ ਵਾਲੀਆਂ ਵੀ ਅਸੀਂ ਬੀਜੀਆਂ ਹੋਈਆਂ ਸਾਰੀਆਂ ਹੀ ਹਨਾ ਚੱਪਣ ਕੱਦੂ ਆ ਘੀਆ ਵਾ ਪੇਠਾ ਵਾ ਤੋਰੀਆਂ ਵਾ ਭਿੰਡੀਆਂ ਵਾ ਥੋੜੀ ਜਿਹੀ ਪਾਈ ਪੁੱਤ ਅੱਧੀ ਕੜਛੀ ਬਸ ਤੇ ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਸਾਡੇ ਕੋਲੇ ਘਰ ਦੀਆਂ ਬਿਨਾਂ ਰੇਹ ਤੋਂ ਬਿਨਾਂ ਸਪਰੇਅ ਤੋਂ ਕਾਲਾ ਵਾ ਵੀਰ ਜਗਰਾਉਂ ਤੋਂ ਉਹ ਵੀਰ ਐਡਾ ਕਾਰੀਗਰ ਆ ਬੰਦਾ ਖੇਤੀਬਾੜੀ ਦਾ ਕੋਠੇ ਰਾਣਾ ਤੋਂ ਆ ਪਿੰਡ ਤੋਂ ਨਾਨਕਿਆਂ ਤੋਂ ਮੇਰੇ ਤੋਂ ਉਹਦੀ ਬੋਲੀ ਲੱਗਦੀ ਹੁੰਦੀ ਸੀ ਜਿਹੜਾ ਸਭ ਤੋਂ ਵੱਧ ਪੈਸੇ ਦਿੰਦਾ ਸੀ ਉਹਨੂੰ ਸਾਲ ਦੇ ਸਾਂਝੀ ਰਲਦਾ ਸੀ ਸਾਲ ਵਾਸਤੇ ਉਹ ਤੇ ਉਹਦੇ ਨਾਲ ਰਲਦਾ ਸੀ ਫਿਰ ਉਹ ਇੰਨਾ ਉਹਦਾ ਜਾਣੀ ਕਿ ਚਾਹੁੰਦੇ ਹੁੰਦੇ ਸਾਰੇ ਵੀ ਸਾਡੇ ਨਾਲ ਆ ਜਾਵੇ ਕਾਲਾ ਸਾਡੇ ਨਾਲ ਆ ਜਾਵੇ ਤੇ 40-50 ਕਿੱਲਿਆਂ ਦੀ ਖੇਤੀ ਇਕੱਲਾ ਹੀ ਰੇ ਸਪਰੇ ਸਾਰਾ ਕੁਝ ਉਹੀ ਕਰਦਾ ਹੁੰਦਾ ਸੀ ਇਕੱਲਾ ਤੇ ਸਬਜ਼ੀ ਦਾ ਵੀ ਬੜੀ ਮਹਾਰਾ ਨੂੰ ਹੁਣ ਸਾਡੇ ਇੱਥੇ ਸਬਜ਼ੀਆਂ ਉਹੀ ਬੀਜਦਾ ਹੱਥਾਂ ਨਾਲ ਹੀ ਤੇ ਉਹਨੇ ਗੱਡਣੀ ਵੀ ਆਪ ਹੀ ਬੀਜਣੀਆਂ ਵੀ ਆਪ ਆ ਹਲਦੀ ਲਾਈ ਹੋਈ ਸੀ ਕਨਾਲ ਘਰ ਦੀ ਹਲਦੀ ਆ ਸਾਡੀ ਚਲੋ ਭੈਣ ਦੇ ਚਾਚਾ ਤੇ ਦਾਦੀ ਹੈ ਗੁਰਪ੍ਰੀਤ ਭੈਣ ਇਹ ਸਵੇਰੇ ਮਿਲੀ ਆਪਾਂ ਜਿਹੜੀ ਦਿੱਲੀ ਤੋਂ ਆਈ ਭੈਣ ਲੱਭੀ ਆ ਚਲੋ ਉਹਦਾ ਪਰਿਵਾਰ ਵੀ ਭੈਣ ਦਾ ਪਹੁੰਚ ਗਿਆ ਜੀ ਇੱਥੇ ਤੇ ਜਿਹੜੀ ਭੈਣ ਸਵੇਰੇ ਤੜਕਿਓਂ ਬਸ ਦੁੱਧ ਪੀਏਗਾ ਨਾ ਦੁੱਧ ਪੀਣਾ ਪਊਗਾ ਗਲਾਸ ਅੱਛਾ ਰੋਟੀ ਨਹੀਂ ਖਾਣੀ ਤਾਂ ਕੋਈ ਨਾ ਹੁਣ ਚੱਲਦੇ ਆ ਤੇ ਆਪਣਾ ਮੈਂ ਕਰ ਲਾ ਵੀਰੇ ਕੰਮ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਜਿਹੜੇ ਭੈਣ ਭਰਾ ਜੁੜੇ ਹੋਏ ਸਾਡੇ ਨਾਲ ਮੈਂ ਖੋਲ ਦਿੰਦਾ
ਐਪਰਨ ਲਾ ਕੇ ਪੁੱਤ। ਰੋਟੀ ਘੱਟ ਖਾਦੇ ਪੈ ਰਿਹਾ ਹੈ, ਸਬਜ਼ੀ ਖਾ ਲਾ ਥੋੜੀ ਜਿਹੀ। ਚਟਨੀ ਬਹੁਤ ਸਵਾਦ ਬਣੀ ਅੱਜ। ਮੈਂ ਕੀਮਤੀ ਰਾਤ ਨੂੰ ਲੱਭਦਾ ਕੁਛ ਖਾਣ ਨੂੰ। रात को निकलता है सड़कों पे शहनशाह कीमती कीमती। ਤੇ ਬਸ ਇਸੇ ਤਰ੍ਹਾਂ ਹੀ ਸੁਪਨਿਆਂ ਦੇ ਘਰ ਵਿੱਚ ਅਸੀਂ ਸਾਰੇ ਹਾਲੇ ਨੂੰ ਲੈ ਚੱਲ ਪੁੱਤ ਆਕਾਸ਼ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕੀ। ਆ ਜਾਓ ਆਰਤੀ ਸਾਰੇ ਸਾਈਕਲ ਤਿਆਰ ਆ ਬਈ। ਪੰਪਾਂ ਦੇ ਨਾਲ ਹਵਾ ਭਰੀ ਜਾ ਰਹੀ ਹੈ, ਗੱਡੀਆਂ ਟੈਂਕਾਂ ਦੇ ਵਿੱਚ ਤੋਪਾਂ ਦੇ ਵਿੱਚ ਬੰਬ ਗੋਲੇ ਵੀੜੇ ਜਾ ਰਹੇ ਆ। ਹਾਂ ਹਾਂ ਖਾਲੀ ਮਿਰਚ ਲੱਗੀ। ਹਾਂ ਕੋਈ ਨਾ ਟੌਫੀ ਦੇਵਾਂ, ਮੇਰੇ ਸਾਈਕਲ 'ਚ ਟੌਫੀ ਹੈ। ਮੇਰਾ ਸਾਈਕਲ ਕਿੱਥੇ ਆ? ਬਾਹਰ ਖੜਾ। ਆ ਜਾ ਮੇਰੇ ਸਾਈਕਲ ਦੀ ਨਾ ਉਹਦੇ ਵਿੱਚ ਟੌਫੀ ਰੱਖੀ ਹੋਈ ਆ ਮੈਂ ਇੱਕ ਪਿਆਰੇ ਵਾਸਤੇ। ਮੈਂ ਕਿਹਾ ਪਿਆਰੇ ਦਾ ਮੂੰਹ ਮੱਚ ਗਿਆ ਸਾਡੇ ਦਾ, ਆਪਾਂ ਪਿਆਰੇ ਨੂੰ ਟੌਫੀ ਦੇ ਦਿੰਨੇ ਆ। ਫਿਰ ਬਾਹਰ ਵੀ ਚੱਲਾਂਗੇ, ਪਹਿਲਾਂ ਟੌਫੀ ਤਾਂ ਖਾ ਲਈਏ, ਪਹਿਲਾਂ ਟੌਫੀ ਤਾਂ ਖਾ ਲਈਏ। ਆਹ ਦੇਖਿਆ ਇਹ ਮੈਂਗੋ ਵਾਲੀ ਟੌਫੀ ਆ ਇਹ। मैंगो वाली टॉफी खाऊगा कौन? केड़ा मुंह खाऊगा? केड़ा मुंह खाऊगा? केड़ा मुंह खाऊगा? केड़ा मुंह खाऊगा? आ मुंह खाऊगा प्यारे दा। ਹੁਣ ਦੇਖ ਮਿੱਠਾ ਮੂੰਹ ਹੋ ਗਿਆ। ਆਰਤੀ ਕੀ ਕਹਿੰਦੀ ਆ? ਬਨੋਦ ਦੇਖਿਆ ਘਰ ਵਾਲੇ ਦੁਆਲੇ। ਆ ਜਾਓ ਗੁਰਪ੍ਰੀਤ ਭੈਣ ਦੇ ਘਰ ਦੇ ਆਏ। ਸਾਈਕਲ ਸਾਰਿਆਂ ਦੀ ਹਵਾ ਠੀਕ ਆ ਬਈ? ਦਿਲਪ੍ਰੀਤ ਪੈਂਚਰ ਆ? ਹਾਂ ਉੱਤੇ ਭਰਦੇ ਸਾਰਿਆਂ 'ਚ ਫਿਰ। ਚਲੋ ਇਹ ਜਿਹਾ ਠੀਕ ਆ ਹਵਾ। ਤੇਰਾ ਪੈਂਚਰ ਆ? ਬਾਕੀ ਕਿੰਨਾ ਕਿੰਨਾ ਤੇ ਘੱਟ ਸੀ ਬਾਲੀ। ਇੱਕ ਉੱਤੇ ਪਹਿਲਾਂ ਹੀ ਖੜਾ ਸੀ ਸਾਈਕਲ, ਉਹ ਕਹਿੰਦੀ ਪੈਂਚਰ ਆ। ਉਹ ਕਿਹਦਾ ਵਾ? ਲਾਲ ਜਿਹਾ ਕਰ ਲਿਆ ਠੀਕ। ਹਵਾ ਭਰ ਲਈ। ਟਾਈਮ ਨਾਲ ਜਾਣਾ ਸੀ, ਪੈਂਚਰ ਲਵਾ ਕੇ ਲੈ ਕੇ ਆਉਣਾ ਸੀਗਾ। ਹੁਣ ਕੱਲ ਨੂੰ ਸਕੂਲੇ ਜਾਣਾ, ਜਾਂਦੇ ਹੋ ਲੈ ਜਿਓ, ਮਾਲੀ ਦੀ ਦੁਕਾਨ ਤੇ ਖੜਾ ਜਿਓ, ਉੱਥੇ ਪੈਂਚਰ ਲਾ ਦੂਗਾ। ਠੀਕ ਆ? ਆਜੋ ਸਾਈਕਲ ਚੱਕੋ ਬਈ ਸ਼ੇਰੋ, ਚੱਕੋ ਆਪਾਂ ਆਪਣੇ ਸਾਈਕਲ। ਆਰਤੀ ਖੜ ਜਾ, ਮੈਂ ਬਿਠਾਉਣਾ ਤੈਨੂੰ। ਨਹੀਂ ਨਹੀਂ ਪੁੱਤ ਤੇਰੇ ਜਿੱਡਾ ਹੀ ਸਾਈਕਲ ਹੈ ਛੋਟਾ ਜਿਹਾ। ਅਰੇ ਜਿਹੜੀ ਬਾਂਹ ਐ ਨਹੀਂ ਚੱਕੀ, ਚੀਕਾਂ ਨਾ ਕਢਾ ਦੀ। ਜਿਹੜੀ ਬਾਂਹ ਉਹ ਆ ਨਾ ਆਰਤੀ ਸਾਡੀ ਕੱਲੀ ਉਹ ਚਲਾ ਲੈਣੀ ਸਾਈਕਲ। ਛੱਡ ਦੇ ਛੱਡ ਦੇ ਪਿਆਰਾ, ਛੱਡ ਦੇ, ਛੱਡਣਾ ਨਹੀਂ ਆਰਤੀ ਨੂੰ। ਹਾਂ ਆਪਾਂ ਉਹ ਲੈ ਕੇ ਚੱਲਾਂਗੇ। ਵੈਰੀ ਗੁੱਡ। ਚੱਕ ਜ਼ੋਰ ਲਾ ਦੇ ਆਰਤੀ, ਜ਼ੋਰ ਲਾ ਦੇ। ਚਲੋ ਚਲੋ ਚੱਲੂਗੀ ਚੱਲੂਗੀ ਤੋ ਮਾੜਾ ਧੱਕਾ। ਹਾਂ ਚੱਲ ਪਈ। ਖੜ ਜਾ ਖੜ ਜਾ ਖੜ ਜਾ ਪਿਆਰਾ। ਹਾਂ ਚੱਕ ਪੈਰ ਲਾ ਉੱਤੋਂ ਟਪਾ ਲੱਤ। ਮੈਨੂੰ ਹੱਥ ਪਾ ਲਾ। ਹਾਂ ਮੇਰੇ ਸੀਟ ਤੇ ਸਾਡਾ ਚੱਲਿਆ ਪਿਆਰਾ ਸੀਟ ਤੇ ਬੈਠ ਕੇ ਸਾਈਕਲ ਤੇ। ਸਹੁਰਿਆਂ ਨੂੰ ਚੱਲਿਆ ਪਿਆਰਾ। ਪਿਆਰੇ ਦਾ ਵਿਆਹ ਹੋ ਗਿਆ ਸਾਡੇ ਦਾ। ਹੈਂ ਪਿਆਰਿਆ? ਲੈ ਵੀ ਸਾਡਾ ਪਿਆਰਾ ਸਾਈਕਲ ਤੇ ਜਾਂਦਾ, ਸਾਡਾ ਪਿਆਰਾ ਸਾਈਕਲ ਤੇ। ਆਰਤੀ ਤੋਂ ਮੂਹਰੇ ਨਿਕਲ ਜਾਵੇ। ਹਾਰਨ ਮਾਰ। ਜ਼ੋਰ ਨਾਲ ਲਾ, ਜ਼ੋਰ ਨਾਲ ਲਾ, ਜ਼ੋਰ ਨਾਲ ਲਾ ਬਾਂਹ ਦਾ। ਉਧਰਲੀ ਬਾਂਹ ਢਿੱਲੀ ਛੱਡ। ਹਾਂ ਹਾਂ ਉਹ ਦਿੱਲੀ ਵਾਲੇ ਕਿੱਥੇ ਆ ਜਿਹੜੇ ਆਏ ਨੇ? ਉਧਰ ਜ਼ੋਰ ਨਾਲ ਲਾ ਪੁੱਤ ਬਾਂਹ ਦਾ।
ਉਹਦੇ ਬਾਹਰ ਜੋੜ ਲਾ, ਹਾਂ ਇੱਥੇ ਹੱਥ ਪਾ ਲਾ। ਉਹ ਦਿੱਲੀ ਵਾਲੇ ਕਿੱਥੇ ਨੇ ਭਾਈ? ਉਹ ਕੁੜੀ ਨੂੰ ਲਿਆਂਦਾ ਅੰਦਰੋਂ, ਉਹਨੂੰ ਤਾਂ ਲਿਆਓ ਭੈਣ ਨੂੰ। ਲੋ ਵੀ ਹੁਣ ਰੇਸਾਂ ਲੱਗਣੀਆਂ, ਰੇਸਾਂ ਛੋਟੇ ਸਾਈਕਲਾਂ ਵਾਲਿਆਂ ਦੀਆਂ ਅੱਡ ਲੱਗਣੀਆਂ, ਵੱਡਿਆਂ ਦੀ। ਗੋਲਡਨ ਮੁੜਿਆ, ਗੋਲਡਨ ਮੁੜਿਆ, ਗੋਲਡਨ ਭੈਣ ਲਿਆਓ। ਕੌਣ ਲਿਆ ਰਿਹਾ? ਪਹਿਲਾਂ ਸਾਡੇ ਪਿਆਰੇ ਦੇ ਸਾਈਕਲ ਦੀ ਰੇਸ। ਜੀ ਟੀ 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 ਦੇਖਿਆ ਪਿਆਰਿਆ, ਕਿੰਨੇ ਝੂਟੇ ਲੈ ਲਏ। ਮੈਂ ਤੈਨੂੰ ਕਿਹਾ ਸੀ ਨਾ, ਤੈਨੂੰ ਝੂਟੇ ਦੇਣੇ ਆ, ਝੂਟੇ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਚਲੋ ਵੀ ਹੁਣ ਅੰਕਲ ਹੁਣਾਂ ਨੂੰ ਮਿਲੀਓ, ਬਾਈ ਜੀ ਹੁਣੀ ਆ ਗਏ। ਹਾਂ ਇੱਥੇ ਖੜਾ ਲਈਏ, ਇੱਥੇ ਖੜਾ ਲੈਂਦੇ। ਇੱਧਰ ਉਤਰ ਜਾ, ਉੱਧਰ ਉਤਰ ਜਾ ਕੱਚੇ ਥਾਂ ਤੇ। ਹਾਂ 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 ਚੱਲਾਂਗੇ ਚੱਲਾਂਗੇ। ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾ, ਸਤਿ ਸ਼੍ਰੀ ਅਕਾਲ ਬੁਲਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤੁਹਾਡਾ ਧੰਨਵਾਦ ਜੀ, ਤੁਸੀਂ ਇੱਥੇ ਆਏ ਹੋ, ਹਨਾ। ਸਾਡੇ ਕੋਲੇ ਬਹੁਤ ਸਾਰੇ ਲੋਕ ਨੇ ਜਿਹੜੇ ਇਦਾਂ ਤੁਹਾਨੂੰ ਮਿਲਦੇ ਨੇ, ਭੈਣ ਭਰਾ, ਤੇ ਉਹਨਾਂ ਨੂੰ ਕੋਈ ਹਾਂ ਹਾਂ ਬਹੁਤ ਵਧੀਆ ਕੀਤਾ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਪਿਆਰਾ। ਸਾਡਾ ਪਿਆਰਾ ਦਾ ਬੜਾ ਪਿਆਰਾ ਬਈ। ਆ ਜਾ ਇੱਥੇ, ਆ ਜਾ ਮੇਰੇ ਕੋਲੇ। ਹੁਣ ਚੱਲਾਂਗੇ ਚੱਲਾਂਗੇ ਚੱਲਾਂਗੇ। ਪਹਿਲਾਂ ਚੱਪਲਾਂ ਪਵਾ ਲਿਆ ਵੀਰੇ ਦੇ ਨਾਲ ਜਾ ਕੇ, ਚੱਪਲਾਂ ਪਾ ਲਿਆ ਵੀਰੇ ਨਾਲ। ਮੈਂ ਇੱਥੇ ਖੜਾ ਉਹਨਾਂ ਨਾਲ ਗੱਲਾਂ ਕਰਦਾ। ਜਾ ਚੱਪਲਾਂ ਪਾਇਆ, ਜਾ ਭੱਜ। ਔਰ ਉੱਥੇ ਗੇਟ ਕੋਲੇ ਪਈਆਂ ਚੱਪਲਾਂ ਤੇਰੀਆਂ। ਇਹ ਕੁੜੀ ਜੀ ਕਿੰਨੇ ਸਾਲਾਂ ਦੀ ਆ ਆਪਣੀ? ਜਿਹੜੀ ਕੀ ਨਾਂ ਉਹਦਾ? ਗੁਰਪ੍ਰੀਤ ਕੌਰ। ਹਾਂਜੀ ਗੁਰਪ੍ਰੀਤ ਕੌਰ। ਹਾਂਜੀ ਪੂਰਾ। ਹੋਰ ਕੀ ਨਾਂ ਦੱਸੇ ਤੁਸੀਂ? ਨੀਤੂ, ਹਨਾ। ਇੱਕ 8 ਪੜ੍ਹੀ ਆ? ਹਾਂਜੀ 8 ਤੱਕ ਪੜ੍ਹੀ। ਨਹੀਂ 9ਵੀਂ ਪੜ੍ਹੀ ਸੀ, ਫੇਲ ਹੋ ਗਈ। ਜਿਹੜੀ ਕਿ ਉਦੋਂ ਮੈਂਟਲੀ ਠੀਕ ਸੀਗੀ? ਬਿਲਕੁਲ ਠੀਕ ਸੀ। ਇਹ 2012 ਚ ਨਾ 2015 ਚ ਭਾਈ ਇੱਕ ਵਾਰੀ ਨੂੰ ਐਵੇਂ ਹੀ ਹੋਇਆ ਸੀ ਇੱਕ ਵਾਰੀ। ਇਹਦੇ ਬਲੱਡ 'ਚ ਪਹਿਲਾਂ ਕਿਸੇ ਨੂੰ ਸੀਗੇ? ਇਹਦੀ ਮਾਂ ਨੂੰ, ਪਿਓ ਨੂੰ, ਜਾਂ ਨਾਨਕਿਆਂ 'ਚ ਜਾਂ ਦਾਦਕਿਆਂ 'ਚ? ਨਹੀਂ ਭਾਜੀ, ਨਾਨੇ ਤੱਕ, ਪੜਨਾਨਾ, ਨਾਨਾ, ਨਾਨੀ, ਮਾਸੀ? ਕਿਸੇ ਨੂੰ ਨਹੀਂ ਸੀ ਇਹ ਕਿਸੇ ਚੀਜ਼। ਨੂੰ ਨਹੀਂ, ਸਭ ਤੰਦਰੁਸਤ ਨੇ। ਜਾਣੀ ਕਿ ਫਿਰ ਤੁਹਾਡੇ ਹਿਸਾਬ ਨਾਲ ਕੀ ਵੀ ਮਾਂ-ਬਾਪ ਦੇ ਮੌਤ ਦਾ ਟੈਨਸ਼ਨ ਲੈ ਗਈ? ਇਹੋ ਹੀ ਸਮਝ। ਇਹ ਤਾਂ ਸਮਝੋ ਬਾਬਾ ਜੀ, ਇਹ ਛੋਟੀ ਸੀ, 1.5 ਸਾਲ ਦੀ ਹੈਗੀ ਸੀ। 2003 ਚ ਦੀ ਮਾਂ ਮਰੀ, ਉਹਦੇ 1.5 ਸਾਲਾਂ ਦੀ। ਨਹੀਂ ਪਰ ਪਿਓ? ਪਿਓ 2011 2011 ਚ ਉਦੋਂ ਤਾਂ ਫਿਰ ਸੋਝੀ ਸੀ ਨਾ ਪੂਰੀ। ਬਿਮਾਰ ਕਿਹੜੇ ਸੰਨ 'ਚ ਹੋਈ ਆ? ਮਾਂ ਦੇ ਵਿੱਚ 2003 ਚ। ਇਹ ਬਿਮਾਰ ਕਦੋਂ ਹੋਈ ਆ? ਬਿਮਾਰ ਹੋਈ ਹੈ 2015 ਚ ਇੱਕ ਨਾ ਫਿਰ ਇਹ ਤਾਂ ਪਿਓ ਦੇ ਮਰਨ ਤੋਂ ਬਾਅਦ ਹੀ ਹੋਈ ਆ ਨਾ। ਹਾਂ 3-4 ਮਤਲਬ ਨਾ ਮਾਂ ਰਹੇ ਨਾ ਪਿਓ ਰਹੇ। ਦੇਖੋ ਮਾਂ ਪਿਓ ਚਾਹੇ ਕੁੱਟ ਵੀ ਲੈਣ ਨਾ, ਬੱਚੇ ਨੂੰ ਦੁੱਖ ਨਹੀਂ ਲੱਗਦਾ। ਪਰ ਜਦੋਂ ਚਾਚਾ ਤਾਇਆ ਕੋਈ ਮਾੜਾ ਜਿਹਾ ਵੀ ਮਾਰਦਾ ਨਾ, ਤੇ ਬੱਚਾ ਤਕਲੀਫ ਮੰਨਦਾ। ਇਹ ਭਾਜੀ ਇਹਨੂੰ ਅਸੀਂ ਕੁਝ ਨਹੀਂ ਕਹਿੰਦੇ, ਇਹ ਆਪਣੀ ਮਰਜ਼ੀ ਕਰਦੀ ਹੈ। ਨਹੀਂ ਦੇਖੋ ਜੀ, ਦੇਖੋ ਬਾਬਾ ਜੀ, ਅਸੀਂ ਥੋੜਾ ਸਮਝਾਉਂਦੇ ਆ। ਨਹੀਂ ਦੇਖੋ ਜੀ, ਜਦੋਂ ਬੱਚਾ ਹੁਣ ਮੇਰੇ ਘਰ 'ਚ ਵੀ ਹੋਊਗੀ ਤਾਂ ਮੈਂ ਵੀ ਘੂਰੂੰਗਾ ਜਾਂ ਸਮਝਾਊਂਗਾ ਹੀ। ਜਦੋਂ ਲਾਂਭਾ ਲੈ ਕੇ ਆਉਂਦਾ ਬੱਚਾ, ਘਰੋਂ ਭੱਜ ਗਿਆ, ਮੰਨ ਲਓ 3 ਦਿਨਾਂ ਬਾਅਦ ਮਿਲੀ ਆ, ਹੁਣ ਤੁਸੀਂ ਘਰੇ ਗਈ ਨੂੰ ਇਹ ਤਾਂ ਕਹੋਗੇ ਨਹੀਂ ਕਿ ਵੀ ਬਹੁਤ ਵਧੀਆ ਕੀਤਾ ਪੁੱਤ ਤੂੰ। ਘੂਰਦੇ ਤਾਂ ਹੈਗੇ ਹੀ ਆ, ਪਰ ਉਹ ਜਿਹੜਾ ਦਿਮਾਗੀ ਉਹਦਾ ਸੰਤੁਲਨ ਆ ਉਹ ਠੀਕ ਨਹੀਂ। ਤੇ ਜਦੋਂ ਤੁਸੀਂ ਘੂਰਦੇ ਹੋ ਤੇ ਉਹਦਾ ਉਲਟ ਅਸਰ ਲੈਂਦੀ ਆ ਉਹ। ਹੁਣ ਇਹ ਜਦੋਂ ਇਦਾਂ ਦੀ ਬਿਮਾਰੀ ਆ ਨਾ, ਇਹਦੇ ਵਿੱਚ ਜਿੰਨਾ ਤੁਸੀਂ ਉਹਨੂੰ ਘੂਰੋਗੇ, ਜਿੰਨਾ ਉਹਨੂੰ ਟੋਕੋਗੇ, ਉਨੀ ਬਿਮਾਰੀ ਵਧਣੀ ਆ ਉਹ। ਹੁਣ ਇਹਦਾ ਕੀ ਸੀ ਜਿੱਦਨੇ ਆਈ ਹੈ, ਕੀ ਵਾਰ ਸੀ ਆਪਣਾ ਗੁਰਪੁਰਬ ਕਦੋਂ ਸੀ? ਸੰਡੇ ਦਾ ਸੰਡੇ ਦਾ। ਅਸੀਂ ਗੁਰਦੁਆਰੇ ਪ੍ਰੋਗਰਾਮ ਕੀਤਾ ਸੀ। ਸੋਮਵਾਰ ਆ ਗਈ ਹੈ। ਸੋਮਵਾਰ ਮੈਨੂੰ ਮਾਰਿਆ ਇਹਨੇ, ਇੱਟਾਂ ਪੱਥਰ ਸਭ ਨੂੰ ਮਾਰਿਆ, ਸਭ ਨੂੰ ਗਾਲਾਂ ਕੱਢੀਆਂ, ਸਭ ਕੁਝ ਕੀਤਾ, ਹਰ ਚੀਜ਼ ਉਹਨੂੰ ਲੱਤ ਫੜ ਕੀਤੀ। ਕੇ ਖਿੱਚ ਲਈ ਉਹਦੀ। ਪੂਰਾ ਦਿਨ ਰਹੀ ਹੈ, ਰਾਤ ਹੁੰਦੇ ਹੀ ਉਹਨੂੰ ਕਹੇ ਕਿ ਗੰਡ ਮਰੇ ਹਰਾਮੀ, ਉਹਨੂੰ ਪਤਾ ਇਹਨੇ ਗਾਲਾਂ ਇੰਨੀ ਗੰਦੀ ਗੰਦੀ ਗਾਲਾਂ ਕੱਢਦੀਆਂ। ਛੋਟਾ ਇਹਦਾ ਭਰਾ ਹੈ, ਛੋਟਾ ਇੱਕ ਹੋਰ। ਅੱਜ ਉੱਥੇ ਕਾਗਜ਼ ਤੋਂ ਚੱਲਦੇ ਆ। ਅੱਛਾ ਜੀ, ਯਾਨੀ ਕਿ ਜਿਹੜੀ ਇਹਦੀ ਭੈਣ ਆ ਦੂਜੀ ਛੋਟੀ, ਉਹ ਇਹਦੇ ਫਾਦਰ ਦਾ ਦੂਜਾ ਵਿਆਹ ਹੋਇਆ ਸੀ। ਹਾਂਜੀ ਹਾਂਜੀ ਤੇ ਜਿਹੜੀ ਇਹਦੀ ਦੂਜੀ ਮਦਰ ਆ, ਸਟੈਪ ਮਦਰ ਆ, ਹਾਂਜੀ। ਉਹ ਜਦ ਤੱਕ ਇਹਦਾ ਬਾਪ ਸੀਗਾ ਉਹ ਤੱਕ ਤਾਂ ਨਾਲ ਹੀ ਰਹਿੰਦੀ ਸੀ ਇਹਨਾਂ ਦੇ। ਉਦੋਂ ਤਾਂ ਅਨਸਮਝ ਹੈਗੀ ਸੀ, ਅਨਸਮਝ ਹੈਗੀ ਸੀ, 11 11.5 12 ਉਹ ਵੀ ਸਾਲ ਦੀ। 1.5 ਸਾਲ ਦੀ ਛੱਡੀ ਸੀ ਉਹਨਾਂ ਨੇ। ਨਹੀਂ ਉਹਦੀ ਕੁੜੀ ਦੀ ਨਹੀਂ ਮੈਂ ਗੱਲ ਕਰਦਾ, ਇਹਨੂੰ ਤਾਂ ਸਮਝ ਸੀ ਨਾ ਪੂਰੀ ਜਦੋਂ ਬਾਪ ਮਰਿਆ। ਯਾਨੀ ਕਿ ਉਦੋਂ ਜਿਹੜੀ ਇਹਨਾਂ ਦੀ ਮਤੇਈ ਮਾਂ ਸੀ ਉਹ ਇਹਨਾਂ ਦੇ ਨਾਲ ਹੀ ਰਹਿੰਦੀ ਸੀ ਨਾ। ਹਾਂਜੀ ਉਹ 1.5 ਸਾਲ ਰਹੀ ਹੈ ਬਾਬਾ ਜੀ। ਹਾਂ ਪਰ ਉਹ ਇਹਨਾਂ ਨੂੰ ਚੰਗਾ ਸਮਝਦੀ ਸੀ ਬਹੁਤ। ਉਹ ਤਾਂ ਕੁਝ ਸਮਝ ਨਹੀਂ ਲੱਗੀ, ਉਹ ਤਾਂ
ਬਸ ਪੁੱਤ ਮਰ ਗਿਆ ਮੇਰਾ। ਉਹ ਵੀ ਛੱਡ ਕੇ ਚਲੀ ਗਈ ਕੁੜੀ। ਉਹ ਜਿਹੜੀ ਦੂਸਰੀ ਸੀ ਵਿਚਾਰੀ 1 ਸਾਲ ਦੀ ਸੀ, ਉਹ ਵੀ ਛੱਡ ਕੇ ਚਲੀ ਗਈ ਸੀ। ਉਹ ਵੀ ਉਹਨੂੰ ਵੀ ਛੱਡ ਗਏ ਉਹ। ਛੱਡ ਕੇ ਜਦੋਂ ਜਵਾਨ ਔਰਤ ਹੈਗੀ ਤਾਂ ਬਾਬਾ ਜੀ ਕਿੱਥੇ ਪਾਲੇਗੀ ਉਹ? ਬਸ ਇਹ ਹੈ ਤੇ ਨਹੀਂ ਫਿਰ ਆਪਦੀ ਬੱਚੀ ਤਾਂ ਨਾਲ ਜਾ ਹੀ ਸਕਦੀ ਸੀ ਨਾ। ਨਹੀਂ ਲੈ ਕੇ ਗਏ ਨਾ। ਫਿਰ ਉਹਦੇ ਮਾਪਿਆਂ ਨੂੰ ਤਾਂ ਦੂਜਾ ਵਿਆਹ ਕਰਤਾ। ਜਿਵੇਂ ਹੁਣ ਸਾਨੂੰ ਕਈ ਫੋਨ ਆਉਂਦੇ, ਜਿਵੇਂ ਪਤਾ ਲੱਗ ਗਿਆ, ਜਿਵੇਂ ਹੁਣ ਕਈ ਦੱਸਦੇ ਆ ਵੀ ਤੁਸੀਂ ਨਹੀਂ ਜਾਣ ਦਿੱਤਾ ਬੱਚੀ ਨੂੰ ਨਾਲ ਉਸ ਟਾਈਮ। ਤੁਸੀਂ ਕਾਹਤੋਂ ਨਹੀਂ ਜਾਣ ਦਿੱਤਾ ਮਾਂ ਦੇ ਨਾਲ ਧੀ ਨੂੰ? ਨਹੀਂ ਅਸੀਂ ਤਾਂ ਰੋਕਿਆ ਹੀ ਨਹੀਂ ਸੀ ਨਾ, ਉਹ ਖੁਦ ਹੀ ਨਹੀਂ ਲੈ ਕੇ ਲੈ ਗਏ। ਕੇ ਨਹੀਂ ਗਏ, ਉਹਨਾਂ ਨੇ ਬਿਠਾਣੀ ਸੀ ਉਹ ਜਿਹੜੀ ਬਿਠਾਣੀ ਸੀ ਤੇ ਉਹ ਲੈ ਕੇ ਨਹੀਂ ਗਏ। ਫਿਰ ਉਹਨਾਂ ਨੇ ਜਾਂਦੇ ਬਿਠਾਤੀ, ਸਮਾਂ ਮਹੀਨਾ ਵੀ ਨਹੀਂ ਹੋਇਆ। ਫਿਰ ਇਹ 2015 ਚ ਇੱਕ ਵਾਰੀ ਫਿਰ ਬਿਮਾਰ ਹੋਈ ਬਾਬਾ ਜੀ। ਫਿਰ ਇਹ ਇਹ ਨਿਕਲ ਜਾਂਦੀ ਸੀ। ਫਿਰ ਇੱਕ ਵਾਰੀ ਗੁਰਪ੍ਰੀਤ 2019 ਚ ਫਿਰ ਦੁਬਾਰਾ ਹੋਈ। ਹੂੰ ਉਦੋਂ ਵੀ ਆਈ ਸੀ, ਇਹਦਾ ਐਕਸੀਡੈਂਟ ਵੀ ਹੋਇਆ ਸੀ। ਸੋਨੀਪਤ ਜਾ ਕੇ ਮਿਲੀ ਸੀ ਸਾਨੂੰ। ਹੂੰ ਇਹ ਤਾਂ ਪਤਾ ਚਲੀ ਗਈ ਸੀ, ਪਤਾ ਕਿਹਦੇ ਨਾਲ ਚਲੀ ਗਈ ਸੀ। ਉਹਦੇ ਨਾਲ ਇਹਨੂੰ ਐਕਸੀਡੈਂਟ ਹੋਇਆ, ਬੜਾ ਜ਼ਬਰਦਸਤ ਐਕਸੀਡੈਂਟ ਹੋਇਆ ਸੀ। ਬਾਅਦ ਹੀ ਹੱਥ ਟੁੱਟ ਗਿਆ ਸੀ, ਤਾਂ ਉਹ ਜਬੜਾ ਪੂਰਾ ਟੁੱਟ ਗਿਆ ਸੀ। ਇਹਦਾ ਹਾਂਜੀ। ਫਿਰ ਅਸੀਂ ਉਹ ਮੁੰਡੇ ਦਾ ਵੀ ਟੁੱਟ ਗਿਆ ਸੀ। ਮੁੰਡਾ ਮਰ ਗਿਆ ਸੀ। ਇੱਕ ਮੁੰਡਾ ਮਰ ਗਿਆ ਸੀ, ਇੱਕ ਪਤਾ ਨਹੀਂ ਉਹ ਕਿੱਥੇ ਲੈ ਕੇ ਜਾ ਰਹੇ ਸੀ, ਕਿੱਥੇ ਨਹੀਂ ਲੈ ਕੇ ਜੇ ਛੱਡਣ ਆ ਰਹੇ ਸੀ, ਪਤਾ ਨਹੀਂ ਰੱਬ ਹੀ ਜਾਣਦਾ। ਉਹ ਤਾਂ ਬਾਬਾ ਜੀ ਜੋ ਵੀ ਹੈ। ਤਾਂ ਐਕਸੀਡੈਂਟ ਇੰਨਾ ਜ਼ਬਰਦਸਤ ਹੋਇਆ ਸੀ ਕਿ ਉਹ ਮੁੰਡਾ ਐਕਸਪਾਇਰ ਹੋ ਗਿਆ ਤੁਝ ਇਹ ਬਚ ਗਈ ਕੁੜੀ। ਫਿਰ ਅਸੀਂ ਇਹਨੂੰ ਲੈਣ ਗਏ ਆਪਣਾ ਸੋਨੀਪਤ ਗੁਰਦੁਆਰਾ, ਉਹ ਮੰਦਰ ਹੈਗਾ ਹਸਪੀਟਲ, ਪਤਾ ਨਹੀਂ ਕੀ ਨਾਮ ਉਹਦਾ। ਉੱਥੋਂ ਫਿਰ ਅਸੀਂ ਅੱਜ ਨੂੰ ਲੈ ਕੇ ਆਏ ਹਾਂ ਦਿੱਲੀ ਤੋਂ ਆਪਣਾ ਕੌਣ ਆਇਆ? ਸਤਿ ਸ਼੍ਰੀ ਅਕਾਲ। ਮੈਂ ਜੱਫੀ ਪਾ ਕੇ ਦਾਦੀ ਨੂੰ ਦਾਦੀ ਨੂੰ ਹਾਂ। ਤੇ ਅਸੀਂ ਬਾਬਾ ਜੀ ਅਸੀਂ ਬਹੁਤ ਕੋਸ਼ਿਸ਼ ਕਰਦੇ, ਲੇਕਿਨ ਕੀ ਕਰੀਏ ਹੁਣ, ਅਸੀਂ ਬਹੁਤ ਪਰੇਸ਼ਾਨ ਹੈਗੇ। ਬੱਚੇ ਅਸੀਂ ਖੁਦ ਨਹੀਂ ਚਾਹੁੰਦੇ ਸਾਡੀ ਧੀ ਐਵੇਂ ਬਾਰ-ਬਾਰ ਘੁੰਮੇ ਹਰ ਚੀਜ਼ ਦਾ। ਬਾਕੀ ਬਿਮਾਰ ਹੈ। ਹੁਣ ਜਿਵੇਂ ਸਾਨੂੰ ਪਤਾ ਲੱਗਿਆ ਤੁਹਾਡਾ ਫੋਨ ਆਇਆ ਜੀ। ਚਲੋ ਚੱਲਣਾ ਥੋੜਾ ਪਿਛਲੇ 4 ਦਿਨ ਸੰਡੇ ਤੋਂ ਲੈ ਕੇ ਅਸੀਂ ਲੱਭਦੇ ਪਏ ਹਾਂ। ਅਸੀਂ ਗੁਰਦੁਆਰੇ ਸਾਰੇ ਘੁੰਮ ਲਏ, ਬੰਗਲਾ ਸਾਹਿਬ, ਪ੍ਰਤਾਪਗੰਜ, ਉੱਥੇ ਹੀ ਜਾਂਦੀ ਗੁਰਦੁਆਰੇ। ਹੁਣ ਪਤਾ ਨਹੀਂ ਇਸ ਪਾਸੇ ਕਿਵੇਂ ਆ ਗਈ, ਸਾਨੂੰ ਨਹੀਂ ਆ ਪਤਾ। ਗਏ ਆਪਣੇ ਘਰ ਦੇ ਵਿੱਚ ਚੰਗੀ ਜਗ੍ਹਾ ਤੇ। ਚੁੰਨੀ ਰੱਖ ਆਪਣੇ ਚੁੰਨੀ ਲੈ ਕੇ ਰੱਖ ਪੁੱਤ। ਚੁੰਨੀ ਸਰ ਤੇ ਲਾ, ਚੁੰਨੀ ਸਰ ਤੇ ਲਾਓ। ਤੇਰੇ ਸਹੁਰੇ ਵੀ ਦੇਖਦੇ ਆ। ਇਹ ਦਿੱਲੀ ਤੋਂ ਮਾਤਾ, ਦਿੱਲੀ ਤੋਂ ਜਾਂਗੇ ਬਾਈਪਾਸ। ਹਾਂ ਤੇਰੇ ਸਹੁਰੇ ਵੀ ਦੇਖ ਰਹੇ ਆ। ਸਿਰ ਨਹੀਂ ਨੰਗਾ ਰੱਖਣਾ ਚਾਹੀਦਾ। ਮੈਨੂੰ ਤਾਂ ਪਤਾ ਨਹੀਂ ਸੀ ਤੇਰਾ ਵਿਆਹ ਵੀ ਹੋਇਆ ਮੇਰੀ ਧੀ ਦਾ ਹੈ। ਸਾਡੀ ਨੀਤੂ ਰਾਣੀ ਦਾ ਤਾਂ ਵਿਆਹ ਵੀ ਹੋਇਆ ਹੈ। ਕੁੜੇ ਨੀਤੂ ਰਾਣੀ, ਚਲੋ ਜੀ, ਇਹ ਤੁਹਾਡੀਆਂ ਦੁਆਵਾਂ, ਅਰਦਾਸਾਂ, ਅਸੀਸਾਂ ਹੀ ਆ ਜਿਹੜੀ ਗੁਰੂ ਸਾਹਿਬ ਤੋਂ ਐਡੀ ਵੱਡੀ ਸੇਵਾ ਲੈ ਰਹੇ ਨੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਜੀ। ਇਸੇ ਬੱਚੀ ਨੂੰ ਰਾਤ ਕਰੀਬ 3 ਵਜੇ ਸਾਡੇ ਕੋਲ ਇੱਥੇ ਲੈ ਕੇ ਆਏ ਨੇ। ਧੰਨਵਾਦ ਉਹ ਭਵਨੇ ਦਾ ਵੀਰ ਦਾ। ਮਾਤਾ ਜੋਗਿੰਦਰ ਕੌਰ ਜੀ, ਮਾਤਾ ਜੀ ਕਰਦੇ ਆਪਾਂ ਗੱਲ ਮਾਤਾ। ਤੇ 3 ਵਜੇ ਤੜਕਿਓਂ ਲੈ ਕੇ ਆਏ। ਤੜਕਿਓਂ 3 ਵਜੇ ਜਦੋਂ ਇਹ ਇੱਥੇ ਪਹੁੰਚੇ, ਸਾਨੂੰ ਵੀ ਇਸ ਤਰ੍ਹਾਂ ਸੀਗਾ ਵੀ ਇਹ ਬੱਚੀ ਨੌਜਵਾਨ ਆ, ਵੀ ਇਹਨੂੰ ਠੀਕ ਆ ਮਾਂ, ਠੀਕ। ਤਾਂ ਇਹਨੂੰ ਮੰਨ ਲਓ ਕੌਣ ਲੈ ਕੇ ਆਇਆ, ਕਿਵੇਂ ਆ, ਹੈ ਨਾ, ਸ਼ੱਕੀ ਹਾਲਤ 'ਚ। ਰਾਤ ਦੇ ਤੜਕੇ ਦੇ 3 ਵਜੇ ਸਾਨੂੰ ਉਹ ਵੀ ਮੁੰਡਾ ਨੌਜਵਾਨ ਸੀ ਜਿਹੜਾ ਲੈ ਕੇ ਆਇਆ ਸੀ। ਪਰ ਫਿਰ ਸਾਰੀ ਜਦੋਂ ਪੜਤਾਲ ਕੀਤੀ, ਉਹਨੇ ਵੀਰੇ ਨੇ ਦੱਸਿਆ ਵੀ ਸਾਨੂੰ ਢਾਬੇ ਤੇ ਵੀਰੇ ਮਿਲੀ, ਤੇ ਉੱਥੋਂ ਪੜਤਾਲ ਕੀਤੀ, ਉਹ ਵੀ ਇਹੀ ਸੱਚ ਸੀਗਾ ਵੀ ਉਹ ਭਵਨੇ ਨੇ ਵੀਰ ਨੇ ਬਹੁਤ ਚੰਗਾ ਕੰਮ ਕੀਤਾ। ਉਹ ਨੌਜਵਾਨ ਕਿਸੇ ਦੀ ਗੱਡੀ ਚਲਾਉਂਦਾ, ਦਿੱਲੀ ਤੋਂ ਆਇਆ ਸੀ ਆਪਣੇ ਮਾਲਕਾਂ ਦੇ ਨਾਲ, ਬਾਊ ਦੇ ਨਾਲ। ਰਾਤ ਨੂੰ ਰੋਟੀ ਖਾਣ ਲਈ ਢਾਬੇ ਤੇ ਰੁਕਿਆ। ਉਹ ਰੋਟੀ ਖਾ ਕੇ ਜਦੋਂ ਨਿਕਲਿਆ, ਮੋਟਰਸਾਈਕਲ ਘੁਮਾਉਣ ਗਿਆ ਤੇ ਇਹਨੇ ਹਾਕ ਮਾਰੀ। ਸੜਕ ਦੇ ਸਾਈਡ ਤੇ ਖੜੀ ਸੀ, ਵੀਰੇ ਮੈਨੂੰ, ਉਹ ਰੁਕ ਗਿਆ ਵੀਰਾ ਦੇਖ ਕੇ। ਉਹਨੇ ਦੇਖਿਆ ਵੀ ਨੌਜਵਾਨ ਕੁੜੀ ਆ। ਤਾਂ ਉਹਨੇ ਜਦੋਂ ਇਹਦੀ ਗੱਲ ਸੁਣੀ, ਇਹਦੀ ਹਾਲਤ ਦੇਖੀ ਲੀੜੇ ਕੱਪੜਿਆਂ ਦੀ, ਤਾਂ ਉਹਨੇ ਦਿਮਾਗ ਦੇ ਵਿੱਚ ਮਨੁੱਖਤਾ ਦੀ ਸੇਵਾ ਹੀ ਆਇਆ। ਸਭ ਤੋਂ ਪਹਿਲਾਂ ਸੁਪਨਿਆਂ ਦਾ ਘਰ ਹੀ ਆਇਆ। ਉਹ ਕਹਿੰਦਾ ਵੀਰੇ ਮੈਂ ਤੁਹਾਡੀਆਂ ਵੀਡੀਓ ਦੇਖਦਾ ਸੀ। ਉਸ ਤੋਂ ਬਾਅਦ ਉਹਨੇ ਵੀਰੇ ਨੇ ਮੋਟਰਸਾਈਕਲ ਤੇ ਬਿਠਾਇਆ ਭੈਣ ਨੂੰ। ਇਹ ਕਹਿੰਦੀ ਮੈਂ ਦੁੱਧ ਪੀਣਾ, ਅੰਡੇ ਖਾਣੇ, ਉਹਨੇ ਉਹ ਖਵਾਏ ਢਾਬੇ 'ਚ ਲਿਜਾ ਕੇ। ਉਸ ਤੋਂ ਬਾਅਦ ਉਹ ਵੀਰਾ ਇੱਥੇ ਲੈ ਆਇਆ। ਉਹ ਸਾਨੂੰ ਫੋਨ ਕਰਦਾ ਰਿਹਾ। ਹੁਣ ਰਾਤ ਨੂੰ ਤੜਕਿਓਂ 3 ਵਜੇ ਫੋਨ ਕਿੱਥੇ ਅਟੈਂਡ ਹੁੰਦੇ ਆ, ਫੋਨ ਨਹੀਂ ਸੀ ਅਟੈਂਡ ਹੋ ਪਾ ਰਿਹਾ। ਉਹ ਕਿਤੇ ਇੱਥੇ ਸੜਕ ਤੇ ਖੜ ਗਿਆ ਆ ਕੇ ਬਾਹਰ, ਇਹਨੂੰ ਭੈਣ ਨੂੰ ਲੈ ਕੇ ਨਾਲ। ਤਾਂ ਉੱਥੋਂ ਕੁਦਰਤ ਦੇਖੋ ਵਾਹਿਗੁਰੂ ਕਿੱਦਾਂ ਭਾਣਾ ਵਰਤਾਉਂਦੀ ਆ। ਉੱਥੋਂ ਦੀ ਸਾਡੇ ਤਾਇਆ ਜੀ ਦੇ ਬੇਟੇ ਨੇ ਹਰਜੀਤ ਸਿੰਘ, ਤੇ ਇੱਕ ਵੀਰ ਸਾਡੇ ਪਿੰਡੋਂ ਹੋਰ ਆ। ਉਹ ਦੋਨੋਂ ਵੀਰ ਪੈਲਸ ਦੇ ਵਿੱਚੋਂ ਆ ਰਹੇ ਸੀਗੇ, ਬਾਉਂਸਰ ਆ ਉਹ ਦੋਨੋਂ। ਉਹ ਵਿਆਹ ਸੀ ਕੋਈ ਇੱਥੇ ਪੈਲਸ ਦੇ ਵਿੱਚ, ਤੇ ਉੱਥੋਂ ਆਪਣੀ ਡਿਊਟੀ ਨਿਭਾ ਕੇ ਆ ਰਹੇ ਸੀ ਉਹ। ਤੇ ਤਾਂ ਉਹ ਭਵਨੇ ਨੇ ਦੱਸਿਆ ਮੁੰਡੇ ਨੇ
ਵੀ ਵੀਰੇ ਮੈਨੂੰ ਆ ਕੁੜੀ ਮਿਲੀ ਆ ਇੱਥੋਂ ਸੜਕ ਤੋਂ, ਵੀ ਮੈਂ ਇਹਨੂੰ ਲੈ ਕੇ ਆਇਆ ਇੱਥੇ ਮਨੁੱਖਤਾ ਦੀ ਸੇਵਾ ਤੇ ਛੱਡਣ ਲਈ, ਹੁਣ ਮੇਰਾ ਫੋਨ ਨਹੀਂ ਚੱਕ ਰਿਹਾ ਕੋਈ ਵੀ। ਤਾਂ ਉਹ ਹਰਜੀਤ ਸਿੰਘ ਹੁਣਾਂ ਨੇ ਇੱਥੇ ਲੈ ਕੇ ਆਂਦਾ। ਹਰਜੀਤ ਨੇ ਜਦੋਂ ਕਾਲ ਕੀਤੀ ਮੇਰੇ ਮਨ 'ਚ ਇੱਦਾਂ ਆਇਆ, ਸਾਡੇ ਆਪਣੇ ਬਿਲਕੁਲ ਸਾਹਮਣੇ ਘਰ ਆ ਤਾਇਆ ਜੀ ਕਿ ਉਹਨਾਂ ਦਾ ਬੇਟਾ, ਮੈਂ ਡਰ ਗਿਆ ਵੀ ਕਈ ਵਾਰੀ ਪਰਿਵਾਰ 'ਚ ਕੋਈ ਗੱਲ ਹੋ ਜਾਂਦੀ, ਜਿਹੜਾ ਇੰਨੇ ਸਾਰੇ ਫੋਨ ਕਰ ਰਿਹਾ ਵੀ ਕੋਈ ਬਿਮਾਰ ਨਾ ਹੋ ਗਿਆ ਹੋਵੇ। ਖੁਦ ਮੇਰੇ ਮਾਤਾ ਜੀ ਬਾਰੇ ਪਹਿਲਾਂ ਤਾਂ ਮੈਨੂੰ ਬੜਾ ਇਹ ਇੱਕਦਮ ਮੇਰੇ ਦਿਮਾਗ 'ਚ ਆਇਆ ਵੀ ਕਿਤੇ ਮੰਮੀ ਨੇ ਨਾ ਢਿੱਲੇ ਹੋ ਗਏ ਹੁਣ, ਵੀ ਜਿਹੜਾ ਹਰਜੀਤ ਫੋਨ ਕਰ ਰਿਹਾ। ਤਾਂ ਫੋਨ ਚੱਕਿਆ ਤਾਂ ਉਹਨੇ ਦੱਸਿਆ ਵੀ ਵੀਰੇ ਇੱਕ ਮੁੰਡਾ ਮਿਲਿਆ, ਇੱਕ ਉਹਦੇ ਨਾਲ ਕੁੜੀ ਆ, ਵੀ ਇੱਥੋਂ ਇੱਦਾਂ ਜੋ ਵੀ ਹੈ ਨਾ ਤੁਸੀਂ ਵੀਡੀਓ 'ਚ ਦੇਖਿਆ। ਤਾਂ ਅਸੀਂ ਵਲੰਟੀਅਰ ਭੇਜੇ ਬਾਹਰ ਗੇਟ ਤੇ, ਪਤਾ ਕੀਤਾ, 100 ਨੰਬਰ ਤੇ ਕਾਲ ਕੀਤੀ। ਪੁਲਿਸ ਕਹਿੰਦੇ 100 ਨੰਬਰ ਵਾਲਿਆਂ ਨੇ ਕੰਪਲੇਂਟ ਲਿਖੀ, ਪਹਿਲਾਂ ਤਾਂ ਵੱਧ ਸੁੱਤੀ ਆਵਾਜ਼ 'ਚ ਉਹ ਗੱਲ ਕਰ ਰਿਹਾ ਸੀ, ਬੜੀ ਮੁਸ਼ਕਿਲ ਨਾਲ ਉਹਨੂੰ ਸਮਝਾਈ ਸਾਰੀ ਗੱਲ। ਫਿਰ ਉਹ ਕਹਿੰਦਾ ਤੁਹਾਨੂੰ ਫੋਨ ਆਊਗਾ ਬਾਈ ਤੇ ਤੁਸੀਂ 100 ਆਪਣੇ PCR ਵਾਲੇ ਆਉਂਦੇ ਤੁਹਾਡੇ ਕੋਲੇ। ਯਕੀਨ ਮੰਨਿਓ 4 ਘੰਟੇ 3 ਅਸੀਂ ਕੋਈ ਕਾਲ ਨਹੀਂ ਆਈ, ਉਡੀਕਦੇ ਰਹੇ। ਫਿਰ ਉਸ ਤੋਂ ਬਾਅਦ ਚਲੋ ਵਾਹਿਗੁਰੂ ਨੇ ਮਿਹਰ ਕੀਤੀ, ਅਸੀਂ ਭੈਣ ਨਾਲ ਗੱਲਾਂ ਕੀਤੀਆਂ, ਇਹਨੂੰ ਵਡਿਆਇਆ, ਇਹ ਡਰੀ ਹੋਈ ਸੀ। ਇਹਨੂੰ ਜੇ ਸਾਡੇ ਕੋਈ ਫੀਮੇਲ ਮੈਂਬਰ ਵੀ ਹੱਥ ਲਾਉਂਦਾ ਸੀ ਡਰਦੀ ਸੀ, ਕੰਬ ਜਾਂਦੀ ਸੀ, ਪਤਾ ਨਹੀਂ ਕਿੰਨੀ ਕੁ ਤਕਲੀਫਾਂ ਦਾ ਸਾਹਮਣਾ ਕਰਦੀ ਆਈ। ਤਾਂ ਫਿਰ ਇਹਨੂੰ ਭੈਣ ਨੂੰ ਹੌਲੀ ਪਿਆਰ ਨਾਲ ਸਮਝਾਇਆ, ਇਹਨੂੰ ਥੋੜਾ ਭਰੋਸੇ 'ਚ ਲਿਆ ਵੀ ਤੂੰ ਸਹੀ ਥਾਂ ਤੇ ਆ। ਭੈਣ ਹੁਣੀ ਆਈਆਂ ਸਾਡੇ, ਹੈ ਨਾ, ਮਾਤਾ ਜੀ ਹੁਣੀ ਆ ਗਏ ਸਾਰੇ। ਤਾਂ ਫਿਰ ਇਹਨੇ ਆਪਣਾ ਨੰਬਰ ਦਿੱਤਾ ਕਿ ਇਹਨੂੰ ਮੈਂ ਫੋਨ ਫੜਾਤਾ, ਮੈਂ ਕਿਹਾ ਲੈ ਭੈਣੇ ਯਾਰ ਤੇ ਨੰਬਰ ਭਰ ਦੇ। ਤਾਂ ਇਹਨੇ ਵੀਰੇ ਦਾ ਨੰਬਰ ਭਰਤਾ, ਮਤਲਬ ਆਪਦੇ ਚਾਚੇ ਦਾ ਨੰਬਰ ਭਰਤਾ ਇਹਨੇ। ਤੇ ਫਿਰ ਇਹਨਾਂ ਚਾਚੇ ਨਾਲ ਗੱਲ ਹੋਈ ਤਾਂ ਇਹਨੇ ਵੀਰੇ ਨੇ ਦੱਸਿਆ ਵੀ ਬਾਈ ਅਸੀਂ ਤਾਂ ਲੱਭਦੇ ਫਿਰਦੇ ਆ, ਵੀ ਅਸੀਂ ਤਾਂ ਸਾਰੇ ਗੁਰੂ ਘਰਾਂ 'ਚ ਲੱਭ ਲਿਆ, ਵੀ ਅੱਗੇ ਵੀ ਚਲੇ ਜਾਂਦੀ ਆ, ਵੀ ਇਹਦੀ ਮਾਂ ਵੀ ਹੈ ਨਹੀਂ ਇਸ ਦੁਨੀਆ ਤੇ, ਮਾਂ ਬਾਪ ਵੀ ਹੈ ਨਹੀਂ, ਦੋਨੋਂ ਚੜ੍ਹਾਈ ਕਰ ਗਏ ਨੇ ਉਹ। ਤੇ ਇਹਦੀ ਇੱਕ ਵੱਡੀ ਭੈਣ ਆ, ਉਹ ਵਧੀਆ ਆਪਦੇ ਰੰਗੀ ਵਸਦੀ ਆ। ਕਿ ਇਹਦੀ ਛੋਟੀ ਭੈਣ ਆ ਸਟੈਪ ਸਿਸਟਰ, ਉਹ ਵੀ ਸਾਡੇ ਕੋਲੇ ਰਹਿੰਦੀ ਆ। ਵੀ ਪਹਿਲਾਂ ਤਾਂ ਇਹਦੀ ਮਾਂ ਦੀ ਮੌਤ ਹੋ ਗਈ, 2 ਧੀਆਂ ਸੀਗੀਆਂ, ਉਸ ਤੋਂ ਬਾਅਦ ਇਹਦੇ ਬਾਪ ਨੇ ਹੋਰ ਵਿਆਹ ਕਰਾ ਲਿਆ, ਉਹਦੇ ਇੱਕ ਕੁੜੀ ਹੋਰ ਹੋ ਗਈ। ਮੁੜ ਕੇ 2011 'ਚ ਬਾਪ ਵੀ ਚਲਿਆ ਗਿਆ ਇਸ ਦੁਨੀਆ ਤੋਂ। ਤੇ ਉਹ ਜਿਹੜੀ ਦੂਜਾ ਵਿਆਹ ਕਰਾਇਆ ਸੀਗਾ ਉਹ ਵੀ ਛੱਡ ਕੇ ਚਲੇ ਗਈ ਆਪਣਾ, ਉਹਨੇ ਅੱਗੇ ਵਿਆਹ ਕਰਾ ਲਿਆ। ਤੇ ਇੱਕ ਕੁੜੀ ਹੋਰ ਨਿੱਕੀ ਜੀ ਸਾਡੇ ਕੋਲੇ 1.5 ਸਾਲ ਦੀ ਸੀ, ਉਹਨੂੰ ਉਹ ਛੱਡ ਕੇ ਚਲੇ ਗਈ। ਤੇ ਉਹ ਵੀ ਅਸੀਂ ਪਾਲ ਰਹੇ ਹਾਂ 2011 ਤੋਂ ਲੈ ਕੇ 10 ਤੋਂ ਲੈ ਕੇ। ਉਹ ਕਿੰਨੇ ਸਾਲਾਂ ਦੀ ਹੋ ਗਈ ਜੀ ਹੁਣ? 12-13 ਸਾਲਾਂ ਦੀ ਹੋ ਗਈ। ਉਹ ਪੜ੍ਹਦੀ ਆ ਉਹ ਵੀ। ਹੁਣ ਧੰਨ ਨਾਲ ਦੱਸ ਚੜ੍ਹਦੀ ਪਈ ਹੈ, ਛੱਡੀ 'ਚ ਹੈਗੀ ਹੈ। ਉਹਦਾ 12 ਤਰੀਕ ਦਾ ਜਨਮ, 12 ਅਪ੍ਰੈਲ। 6ਵੀਂ ਕਲਾਸ 'ਚ ਪੜ੍ਹਦੀ ਪਈ ਹੈ। 6ਵੀਂ ਕਲਾਸ 'ਚ ਪੜ੍ਹਦੇ ਆ। ਹਾਂਜੀ। ਦਿੱਲੀ ਤੁਸੀਂ ਕਿੱਥੇ ਰਹਿੰਦੇ ਹੋ ਜੀ? ਆਪਣਾ ਜੰਗੀਰਪੁਰੀ। ਜੰਗੀਰਪੁਰੀ, ਜਿਵੇਂ ਉਹ ਦਿੱਲੀ ਬਾਈਪਾਸ ਆਉਂਦਾ ਨਾ, ਜਦੋਂ ਕਨਾਲ ਬਾਈਪਾਸ ਆ ਗਿਆ, ਹਾਂਜੀ, ਉਹ ਥੱਲੇ ਉਤਰਦੇ ਜਿਹੜਾ ਜੰਗੀਰਪੁਰੀ ਮੈਟਰੋ ਸਟੇਸ਼ਨ ਹੈ, ਉਹ ਸਾਹਮਣੇ ਦੇ ਨਾਲ ਹੀ ਉਹ ਹੀ ਸਾਰਾ। ਉੱਥੇ ਰਹਿੰਦੇ ਹੋ ਤੁਸੀਂ? ਕੀ ਕੰਮ ਕਰਦੇ ਹੋ? ਮੇਰਾ ਪ੍ਰਿੰਟਿੰਗ ਦਾ ਕੰਮ ਹੈ ਭਾਜੀ। ਪੇਂਟਿੰਗ ਮਤਲਬ ਆ ਲਿਖਦੇ ਹੋ ਜਿਵੇਂ ਉਹ ਪੇਂਟਿੰਗ? ਜਿਵੇਂ ਉਹ ਪ੍ਰਿੰਟਿੰਗ ਪ੍ਰੈਸ ਨਹੀਂ ਹੁੰਦੀ, ਹਾਂ ਉਹ ਪ੍ਰੈਸ 'ਚ ਕੰਮ ਕਰਦਾ। ਇਹਦੇ ਸਹੁਰਿਆਂ ਨੂੰ ਦੱਸਿਆ ਫਿਰ ਤੁਸੀਂ? ਹਲੇ ਨਹੀਂ ਦੱਸਿਆ ਉਹਨਾਂ ਨੂੰ ਇਹ ਪਤਾ ਸੀ ਵੀ ਗੁੰਮ ਗਈ ਆ? ਨਹੀਂ, ਉਹਨਾਂ ਨੂੰ ਨਹੀਂ ਪਤਾ, ਦੱਸਿਆ ਨਹੀਂ। ਪਹਿਲਾਂ ਦਾ ਪਤਾ ਤੁਹਾਨੂੰ ਨਹੀਂ ਸੀ ਦੱਸਿਆ। ਵੈਸੇ ਤੁਸੀਂ ਦੱਸਦੇ ਤਾਂ ਵਧੀਆ ਸੀ, ਉਹਨਾਂ ਨਾਲ ਆਪਾਂ ਗੱਲ ਵੀ ਕਰਦੇ, ਅਸੀਂ ਵੀ ਗੱਲ ਕਰਦੇ, ਉਹਨਾਂ ਨੂੰ ਥੋੜਾ ਸਮਝਾਉਂਦੇ ਵੀ ਤੁਸੀਂ ਵੀਰੇ ਦਾ ਸਾਥ ਦਿਓ। ਤਿਆਰ ਨੂੰ ਤਾਂ ਕਹਿੰਦੇ ਨੇ ਇਹਦਾ ਇਲਾਜ ਕਰਾਓ, ਅਸੀਂ ਤਾਂ ਰੱਖਣ ਵਾਸਤੇ ਤਿਆਰ ਨਹੀਂ। ਪਰ ਇਲਾਜ ਉਹਨਾਂ ਦੀ ਸਪੋਰਟ ਨਾਲ ਹੀ ਹੋਣਾ ਨਾ। ਹਾਂਜੀ, ਉਹ ਸਪੋਰਟ ਉਹਨਾਂ ਦਾ ਵੀ ਪੂਰਾ ਹੈਗਾ, ਸਪੋਰਟ ਫਿਰ ਤਿਆਰ ਹੈਗੇ ਨੇ। ਉਹਨਾਂ ਨੂੰ ਕੋਲੇ ਦੇਖੋ ਆਪਾਂ ਇਹਦਾ ਟ੍ਰੀਟਮੈਂਟ ਕਰਾ ਦਾਂਗੇ ਹਸਪੀਟਲ ਦਾ, ਕਹਿੰਦੇ ਕੋਲੇ ਰਹਿਣਾ ਪੈਣਾ ਇਹਨੂੰ ਇੱਕ ਜਾਣੇ ਨੂੰ ਤੁਹਾਨੂੰ। ਹਾਂਜੀ, ਤੁਸੀਂ ਕੋਈ ਵੀ ਇੱਕ ਮੈਂਬਰ ਸਾਡੇ ਕੋਲੇ ਰਹੋ ਇੱਥੇ, ਆਪਾਂ ਇਹਨੂੰ ਥੋੜੇ ਦਿਨ ਇੱਥੇ ਰੱਖ ਕੇ ਟ੍ਰੀਟਮੈਂਟ ਸ਼ੁਰੂ ਕਰਾਉਣੇ ਇਹਨੂੰ। ਇਹਦਾ ਇਲਾਜ ਹੋ ਜੂ, ਇਹ ਥੋੜੀ ਸ਼ਾਂਤ ਜਦੋਂ ਹੋ ਗਈ, ਸਿਰ ਨਾਰਮਲ ਹੋ ਗਏ, ਫਿਰ ਚਾਹੇ ਤੁਸੀਂ ਘਰੇ ਲਿਜਾ ਕੇ ਇਹਨੂੰ ਦਵਾਈ ਖਵਾਈ ਜਾਇਓ, ਪਰ ਦਵਾਈ ਨਹੀਂ ਬੰਦ ਕਰਨੀ ਜਦ ਤੱਕ ਡਾਕਟਰ ਨਹੀਂ ਕਹਿੰਦੇ। ਹਾਂਜੀ। ਤੇ ਤਦ ਤੱਕ ਅਸੀਂ ਤੁਹਾਡੇ ਨਾਲ ਆ, ਦਵਾਈ ਦੀ ਫਿਕਰ ਨਹੀਂ ਕਰਨੀ, ਦਵਾਈ ਤੁਹਾਨੂੰ ਫ੍ਰੀ ਮਿਲੂਗੀ, ਕੋਈ ਖਰਚਾ ਨਹੀਂ ਆਊਗਾ ਤੁਹਾਡਾ। ਪਰ ਤੁਹਾਡੀ ਜਿਹੜੀ ਡਿਊਟੀ ਆ ਉਹ ਤੁਸੀਂ ਨਿਭਾਉਣੀ ਆ। ਦੇਖੋ ਜਵਾਨ ਕੁੜੀ ਆ, ਮੈਂ ਸਮਝ ਗਿਆ ਭਾਈ। ਤੁਸੀਂ ਵੀ ਸਿਆਣੇ ਹੋ, ਸਮਝਦੇ ਹੋ, ਤੁਸੀਂ ਤਾਂ ਪਹਿਲਾਂ ਹੀ ਤਕਲੀਫ ਚੋਂ। ਤੇ ਕੱਲ ਨੂੰ ਆਪਾਂ ਕੋਈ ਹੋਰ ਦੁੱਖ ਨਹੀਂ ਵਧਾਉਣਾ, ਆਪਾਂ ਘਟਾਉਣਾ ਦੁੱਖ। ਹੁਣ ਸਾਡੇ ਕੋਲੇ ਭੈਣ ਆਈ ਆ ਤਾਂ ਪ੍ਰਮਾਤਮਾ ਨੇ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੋਈ ਨਾ ਕੋਈ ਸੋਚਿਆ ਹੀ ਹੋਊ ਕੁਛ ਚੰਗਾ ਨਾ। ਜੇ ਸਾਡੀ ਡਿਊਟੀ ਲਾਈ ਹੈ ਤੇ ਅਸੀਂ ਆਪਣੀ ਡਿਊਟੀ ਨਿਭਾਵਾਂਗੇ, ਪਰ ਉਹ ਤੁਹਾਡੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦੀ। ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਸਾਥ ਦਿਓ ਸਾਡਾ। ਤੁਹਾਡਾ ਕੀ ਨਾਮ ਪੂਰਾ? ਪਰਮਜੀਤ ਸਿੰਘ। ਪਰਮਜੀਤ ਸਿੰਘ। ਮਾਤਾ ਜੀ ਤੁਹਾਡਾ ਕੀ ਨਾਮ? ਪ੍ਰੀਤਮ ਕੌਰ। ਪ੍ਰੀਤਮ ਕੌਰ। ਮਾਤਾ ਪ੍ਰੀਤਮ ਕੌਰ ਜੀ ਦਾਦੀ ਜੀ ਨੇ ਤੇ ਪਰਮਜੀਤ ਸਿੰਘ ਜੀ ਚਾਚਾ ਜੀ ਨੇ। ਦਿੱਲੀ ਤੋਂ ਜਹਾਂਗੀਰਪੁਰੀ ਤੋਂ ਸਾਡੇ ਕੋਲ ਇੱਥੇ ਪਹੁੰਚੇ ਨੇ। ਤੇ ਇਹ ਗੁਰਪ੍ਰੀਤ ਕੌਰ ਨੀਤੂ ਭੈਣ। ਗੁਰਪ੍ਰੀਤ ਇੱਧਰ ਦੇਖ ਪੁੱਤ, ਇੱਧਰ ਦੇਖ ਪੁੱਤ, ਇੱਧਰ ਤਾਂ ਨੂੰ, ਇੱਧਰ ਮੇਰੇ ਵੱਲ। ਤੇ ਇਹ ਭੈਣ ਨੂੰ ਤੁਸੀਂ ਸਵੇਰੇ ਤੜਕੇ ਤੋਂ ਦੇਖ ਰਹੇ ਹੋ ਸਾਡੇ ਪੇਜ ਦੇ ਉੱਪਰ ਸੋਸ਼ਲ ਮੀਡੀਆ ਤੇ। ਬਸ
ਅਰਦਾਸ ਕਰਿਓ। ਇਹਨਾਂ ਦੇ ਦਾਦੀ ਜੀ ਤੇ ਚਾਚਾ ਜੀ ਪਹੁੰਚ ਗਏ ਸਾਡੇ ਕੋਲੇ ਤੇ ਅਸੀਂ ਹੁਣ ਰਲ ਮਿਲ ਕੇ ਇਸ ਭੈਣ ਦੇ ਜੀਵਨ ਦੇ ਵਿੱਚ ਥੋੜ੍ਹਾ ਵੀ ਸਹਿਯੋਗ ਕਰ ਸਕੀਏ। ਇਸ ਭੈਣ ਦਾ ਸਾਡੀ ਦਾ ਜੀਵਨ ਆ ਜਿਹੜਾ ਚੰਗਾ ਹੋ ਸਕੇ, ਠੀਕ ਹੋ ਸਕੇ। ਇਹ ਸਾਰੇ ਅਰਦਾਸ ਕਰਿਓ। ਇੱਕ ਕੁਰਸੀ ਵੀਰੇ ਹੋਰ ਲਿਆ ਦਿੰਦੇ ਤਾਂ ਔਖੇ ਸੌਖੇ ਆਉਣੇ ਆ ਪਿਆਰਿਆ। ਚੱਲਦੇ ਆ ਆ ਵੀਰੇ ਨਾਲ ਗੱਲ ਕਰ ਲਈਏ ਪਹਿਲਾਂ ਇਹਦੇ ਨਾਲ। ਗੁਰਪ੍ਰੀਤ ਦਾਦੀ ਜੀ ਦਾ ਕਿੰਨਾ ਪਿਆਰ ਕਰਦੇ ਤੈਨੂੰ। ਬੇਬੇ ਨੂੰ ਵੀ ਲਿਆ ਦੇ, ਕੁਰਸੀ ਪਿੱਛੇ ਖੜੇ ਨੇ ਬੇਬੇ। ਹੈਂ ਇੱਧਰ ਦਾਦੀ ਜੀ, ਦਾਦੀ ਕਹਿੰਦੀ ਮੈਂ ਤਾਂ ਆਪਦੀ ਪੋਤੀ ਨੂੰ ਬਾਹਲਾ ਹੀ ਪਿਆਰ ਕਰਦੀ ਆ। ਉਹ ਤਾਂ ਚੱਲ ਦਾਦੀਆਂ ਘੂਰਦੀਆਂ ਵੀ ਹੁੰਦੀਆਂ। ਹੁਣ ਮੇਰੀ ਦਾਦੀ ਹੁੰਦੀ ਸੀ ਜਿਹੜੀ ਮੈਨੂੰ ਵੀ ਘੂਰ ਦਿੰਦੀ ਸੀ, ਪਰ ਪਿਆਰ ਵੀ ਬਹੁਤ ਕਰਦੀ। ਨਾਨੀ, ਮੇਰੀ ਨਾਨੀ ਪਤਾ ਮੈਨੂੰ ਕਿੰਨਾ ਪਿਆਰ ਕਰਦੀ ਸੀ। ਮੇਰੀ ਨਾਨੀ ਨੇ ਨਾ, ਉਹਨੇ ਕਹਿਣਾ ਗੁਰਚਮਨ, ਉਹਦਾ ਮੇਰਾ ਨਾਂ ਗੁਰਚਮਨ ਰੱਖਿਆ ਸੀ ਨਾਨੀ ਨੇ। ਮੈਨੂੰ ਬਾਹਲਾ ਹੀ ਪਿਆਰ ਕਰਦੀ ਸੀ ਮੈਨੂੰ। ਤੈਨੂੰ ਪਤਾ ਦਾਦੀਆਂ ਨਾਨੀਆਂ ਕਿੰਨਾ ਪਿਆਰ ਕਰਦੀਆਂ ਹੁੰਦੀਆਂ ਹੈ। ਕੋਈ ਨਾ ਫਿਰ ਘੂਰਦੀਆਂ ਵੀ ਹੁੰਦੀਆਂ ਮੈਂ ਮਾੜਾ ਮੋਟਾ ਤਾਂ ਹੈ। ਇਹ ਕੁੜੀਏ ਪੁੱਤ, ਉਹ ਗੁਰਪ੍ਰੀਤ ਚਾਚਾ ਜੀ ਕੀ ਨਾਂ ਚਾਚੇ ਦਾ? ਇਸ ਟਾਈਮ ਇਹਨੂੰ ਅਸੀਂ ਡਾਕਟਰ ਦੇ ਵੀ ਲੈ ਗਏ ਸੀ ਨਾ, ਦਵਾਈ ਵੀ ਥੋੜ੍ਹੀ ਇਹਦੀ ਚੱਲਦੀ ਡਾਕਟਰ, ਕਿਉਂਕਿ ਇਹ ਬਹੁਤ ਜ਼ਿਆਦਾ ਟਿਕਦੇ ਭੱਜੀ ਇੱਧਰ ਨੂੰ ਕਿਤੇ ਉੱਧਰ ਨੂੰ ਇੱਦਾਂ ਕਰੀ ਜਾਂਦੇ। ਤਾਂ ਫਿਰ ਉਹਦੀ ਮੈਡੀਸਨ ਅਸੀਂ ਸ਼ੁਰੂ ਕਰਾਈ ਆ ਹੁਣ, ਉਹਦੇ ਕਰਕੇ ਥੋੜ੍ਹੀ ਸੁਸਤ ਵੀ ਆ। ਤੇ ਪਰ ਤੁਹਾਡਾ ਧੰਨਵਾਦ ਆ ਬਹੁਤ ਮਾਂ, ਤੁਸੀਂ ਇੱਥੇ ਆਏ ਹੋ। ਪਰ ਸਾਡਾ ਉਸ ਅਕਾਲ ਪੁਰਖ ਵਾਹਿਗੁਰੂ ਡਾਢਾ ਵਾ ਤੇ ਉਹ ਜ਼ਰੂਰ ਕੋਈ ਨਾ ਕੋਈ ਮਦਦ ਕਰਨਗੇ ਸਾਡੇ ਨਾਲੋਂ। ਅਸੀਂ ਤਾਂ ਕਾਹਦਾ ਦੁੱਖ ਤਾਂ ਤੁਹਾਨੂੰ ਆ ਜਿਹਦੇ ਘਰ 'ਚ ਜਵਾਨ ਪੋਤੀ ਹੋਵੇ ਤੇ ਨਾ ਬੇਟਾ ਨਾ ਹੋਵੇ ਸਿਰ ਤੇ ਉਹਨੂੰ ਪਾਲਣਾ ਪਿਆ ਹੋਵੇ ਤੇ ਉਹਨੂੰ ਸੰਭਾਲਣਾ ਹੋਵੇ। ਸੋਹਣੀਆਂ ਪਲੀਆਂ ਸੀ ਬਾਬਾ ਜੀ, ਬਹੁਤ ਸੋਹਣੀਆਂ, ਇੰਨੀਆਂ ਸੋਹਣੀਆਂ ਪਲੀਆਂ ਸੀ ਕਿ ਕੀ ਕੋਈ ਪੁੱਤ ਪਾਲੇਗਾ। ਉਹਨੇ ਧੀਆਂ ਪਾਲੀਆਂ ਸੀ ਪਿਓ ਨੇ, ਫਿਰ ਇਹਨਾਂ ਨੇ ਵਿਚਾਰੇ ਨੇ ਰਾਤ ਦਿਨ ਇੱਕ ਕਰ ਛੱਡਿਆ। ਮੈਂ ਆਪਣਾ ਸਭ ਸੁੱਖ ਦੁੱਖ ਇਹਨਾਂ ਪਿੱਛੇ ਗਵਾਤਾ। ਮੈਂ ਕਦੀ ਨਾ ਕੋਈ ਵਿਆਹ, ਨਾ ਰੰਗ, ਨਾ ਢੰਗ, ਨਾ ਧੀਆਂ ਨੂੰ ਛੱਡ ਕੇ ਨਹੀਂ ਮੈਂ ਕਦੇ ਵੀ ਗਈ। ਜੇ ਮੈਂ ਕਿਤੇ ਜਾਣਾ ਤੇ ਇਹਨਾਂ ਬੱਚਿਆਂ ਦੀ ਛੁੱਟੀਆਂ ਕਰਾਉਣੀਆਂ ਤੇ ਇਹਨੂੰ ਰੱਖਣਾ। ਗੁਰਪ੍ਰੀਤ ਭੈਣੇ, ਉਹ ਗੁਰਪ੍ਰੀਤ ਉੱਪਰ ਕਰ, ਮੂੰਹ ਉੱਪਰ ਕਰ। ਮੇਰੀ ਭੈਣ ਆ, ਇਹਦਾ ਆਧਾਰ ਕਾਰਡ ਵਗੈਰਾ ਲਿਆਏ ਕੁਛ ਨਾ ਦਿਖਾਇਓ ਮਾਤਾ, ਇਹਦਾ ਆਧਾਰ ਕਾਰਡ ਦਿਖਾਇਓ ਜਾਂ ਇਹਦੀ ਕੋਈ ਪੁਰਾਣੀ ਤਸਵੀਰ ਦਿਖਾਇਓ। ਜਦੋਂ ਪਹਿਲੀ ਵਾਰੀ ਗੁੰਮੀ ਸੀ ਉਦੋਂ ਤੁਸੀਂ ਥਾਣੇ ਰਿਪੋਰਟ ਕਰਾਈ ਸੀ, ਉਹ ਲਿਆਇਓ ਨਾਲ। ਉਹ 2015 ਚ ਕੀਤੀ ਸੀ। ਹਾਂ ਕੋਈ ਗੱਲ ਨਹੀਂ, ਐਜ ਏ ਪ੍ਰੂਫ। ਜਾਂ ਤੁਸੀਂ ਮੰਨ ਲਓ ਕੋਈ WhatsApp ਤੇ ਜਾਂ Facebook ਤੇ ਕੋਈ ਪੋਸਟ ਪਾਈ ਹੋਵੇ ਵੀ ਸਾਡੀ ਇਹ ਲੜਕੀ ਨਹੀਂ ਲੱਭ ਰਹੀ। ਇਹ ਜਾਂਦੀ ਸੀ ਬਾਬਾ ਜੀ, ਖੁਦ ਆ ਜਾਂਦੀ ਸੀ। ਅਸੀਂ ਥਾਣੇ ਵੀ 2-3 ਵਾਰੀ ਰਿਪੋਰਟ ਕਰਾਈ। ਪਹਿਲੀ ਵਾਰੀ ਤਾਂ ਤੁਸੀਂ ਕਰਾਈ ਸੀ ਨਾ? ਹਾਂਜੀ। ਇਹਦੀ ਕੋਈ ਪੁਰਾਣੀ ਫੋਟੋ ਦਿਖਾਇਓ, ਤੁਹਾਡੇ ਫੋਨ 'ਚ ਹੋਊਗੀ ਕੋਈ ਪੁਰਾਣੀ ਫੋਟੋ। ਦੇਖੋ ਗੁਰਪ੍ਰੀਤ ਕੌਰ ਦਾ ਹੈਨਾ ਆਧਾਰ ਕਾਰਡ ਆ, ਪੁਰਾਣੀ ਤਸਵੀਰਾਂ ਦੇਖੋ ਲਓ। ਆ ਗੁਰਪ੍ਰੀਤ ਸਾਡੀ ਕਿੰਨੀ ਸੋਹਣੀ ਸੁਨੱਖੀ ਧੀ ਆ। ਐਕਸੀਡੈਂਟ ਤੋਂ ਬਾਅਦ ਦੀ ਫੋਟੋ। ਐਕਸੀਡੈਂਟ ਕਾਹਦੇ ਨਾਲ ਹੋਇਆ ਸੀਗਾ? ਬਾਈਕ ਦਾ ਪਤਾ ਨਹੀਂ ਕਿਹਦੇ ਨਾਲ ਹੋਇਆ ਸੀ। ਇਹ ਕਾਹਦੇ ਤੇ ਸੀਗੇ? ਇਹਦੇ ਤੇ ਰੋਕਾ ਵੀ ਕੀਤਾ ਸੀ ਮੁੰਡੇ ਦਾ। ਇਹ ਬਾਈਕ ਤੇ ਸੀਗੇ? ਹਾਂਜੀ। ਇਹਦੇ ਦੇਖੋ ਦੀ ਅਸੀਂ ਵਿਆਹ ਕੀਤਾ ਸੀ ਇਹਦਾ। ਇਹਦੀ ਫੋਟੋ ਵੀਰੇ ਨਾਲ ਵਿਆਹ ਕੀਤਾ ਸੀਗਾ ਭੈਣ। ਇਹਦੇ ਨਾਲ ਵਿਆਹੀ ਹੋਈ ਆ ਹੁਣ? ਇਹ ਆ ਮੁੰਡਾ ਤੇਰੇ ਘਰ ਵਾਲਾ ਵਾ ਗੁਰਪ੍ਰੀਤ? ਇਹ ਵਧੀਆ ਮੁੰਡਾ, ਚੰਗਾ ਮੁੰਡਾ ਹੈ ਤਾਂ। ਮਾਰਦਾ ਪੀਟਦਾ ਨਸ਼ਾ ਕਰਦਾ। ਕੀ ਨਸ਼ਾ ਕਰਦਾ? ਦਾਰੂ ਪੀਂਦਾ, ਕਬੀਰ ਖਾਂਦਾ, ਮੇਰੇ ਤੋਂ ਗੁੱਸਾ ਲਾਉਂਦਾ, ਮਾਰਦਾ ਪੀਟਦਾ। ਕਹਿੰਦਾ ਤੂੰ ਮੇਰੇ ਘਰ ਵਾਲੇ ਸਾਨੂੰ ਬਿਮਾਰ ਕਰਤਾ ਤੂੰ ਆ ਕੇ। ਕਬੀਰ ਖਾਂਦਾ? ਕਬੀਰ ਕੀ ਹੁੰਦਾ? ਪਤਾ ਨਹੀਂ। ਆ ਤੇਰੀ ਫੋਟੋ ਆ? ਹਾਂਜੀ। ਆ ਦੇਖੋ ਜੀ ਨੀਤੂ ਭੈਣ ਸਾਡੀ, ਦੇਖੋ ਦੁਲਹਨ ਬਣੀ ਹੋਈ ਆ, ਕਿੰਨੀ ਸੋਹਣੀ ਲੱਗਦੀ ਸਾਡੀ ਛੋਟੀ ਭੈਣ। ਤੇ ਗੁਰੂ ਦੀ ਕਿਰਪਾ ਹੋ ਜਾਵੇ ਹੁਣ ਇਹਦਾ ਅਗਲਾ ਜੀਵਨ ਆ ਜਿਹੜਾ ਭੈਣ ਦਾ ਨਾ, ਉਹ ਵੀ ਸਾਰਾ ਇਸ ਤਰ੍ਹਾਂ ਤੰਦਰੁਸਤੀ ਭਰਿਆ ਹੋਵੇ। ਇਹ ਹੈਗੀ ਹੈ ਜੀ 6 ਫਰਵਰੀ 6 ਫਰਵਰੀ ਦੀ ਇਹ ਤਸਵੀਰ ਆ। ਤੇ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਹੈ ਨਾ, 2 ਮਹੀਨੇ ਪੁਰਾਣੀ ਤਸਵੀਰ ਆ ਇਹ। 2 ਮਹੀਨੇ ਪਹਿਲਾਂ ਇਹਦਾ ਦੇਖੋ ਆਨੰਦ ਕਾਰਜ ਹੋਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਬਕਾਇਦਾ ਹੈ ਨਾ। ਤੇ
ਆਨੰਦ ਕਾਰਜ ਗੁਰੂ ਦੀ ਆਸਰਾ ਓਟ ਆਸਰੇ ਹੇਠ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਹੀਂ ਨੀਤੂ ਭੈਣੇ ਆ ਤੇਰੀ ਤਸਵੀਰਾਂ ਵਾ ਮੈਂ ਦੇਖ ਲਾ ਨੀਤੂ ਸਾਡੀ ਹੈ ਸਾਡੀ ਗੁਰਪ੍ਰੀਤ ਭੈਣ ਤਾਂ ਬਲਾਈ ਸੋਹਣੀ ਸੀ ਭਾਈ। ਇਹ ਛੋਟੀ ਭੈਣ ਹੈ ਦੀ ਹਾਂ ਨਹੀਂ ਐ ਨਹੀਂ ਮੈਂ ਦੱਸ ਰਿਹਾ ਬਾਬਾ ਜੀ ਇਹ ਦੀ ਮੰਮੀ ਜਿਹੜੀ 2002 ਚ ਐਕਸਪਾਇਰ ਹੋਈ। ਆ ਨੀਤੂ ਤੇਰੀ ਮੰਮੀ ਐ ਤੂੰ ਮੰਮੀ ਵਰਗੀ ਹੈ ਜਮਾਂ ਹੀ ਆਪਦੀ ਵਰਗੀ ਹੈ ਨਾ। ਵੱਡੀ ਭੈਣ ਵੇਖੋਗੇ ਤਾਂ ਕੋਈ ਕਹੇਗਾ ਹੀ ਨਹੀਂ ਮਾਂ ਦੀ ਇੱਕੋ ਜਿਹੀ। ਆ ਦੇਖੋ ਨੀਤੂ ਦੀ ਮੰਮੀ ਹੈ ਜਿਹੜੀ 2002 ਦੇ ਵਿੱਚ ਇਹਨੂੰ ਨੀਤੂ ਭੈਣ 2003 ਚ ਨੀਤੂ ਨੂੰ ਇਸ ਦੁਨੀਆ ਤੋਂ ਛੱਡ ਕੇ ਚਲੇ ਗਈ ਹੈ। ਵਿਸਾਖੀ ਸੀ ਉਦੋਂ। ਵਿਸਾਖੀ ਆ ਇਹਦੇ ਫਾਦਰ ਸਾਹਿਬ ਦੀ ਫੋਟੋ ਆ। ਇਹ ਸਰਦਾਰ ਪਰਿਵਾਰ ਆ। ਗੁਰੂ ਸਿੱਖ ਹੈਗੇ ਆ। ਹਾਂਜੀ ਸਾਡੇ ਤਾਂ ਅੱਗੇ ਗੁਰਦੁਆਰਾ ਹੈ। ਅੱਛਾ ਜੀ ਬੁਗਾ ਤੇ ਗੁਰਦੁਆਰਾ ਗੁਰੂ ਦੇ ਸਿੱਖ। ਇਹ ਆਪਣਾ ਕੀ ਕੰਮ ਕਰਦੇ ਮਿਸਤਰੀ ਦਾ? ਇਹ ਤਾਂ ਐਕਸਪਾਇਰ ਹੋ ਗਏ ਨਾ ਨਹੀਂ ਤੁਸੀਂ ਮਿਸਤਰੀ ਦਾ ਕੰਮ ਕਰਦੇ ਹੋ ਮਿਸਤਰੀ ਪਰਿਵਾਰ ਆ? ਬਿਲਡਿੰਗ ਪ੍ਰੈਸ। ਨਹੀਂ ਤੁਸੀਂ ਮਿਸਤਰੀ ਪਰਿਵਾਰ ਚੋਂ? ਹਾਂਜੀ ਠੀਕ ਹੈ ਮਿਸਤਰੀ ਨਹੀਂ ਅਸੀਂ ਮਹਿਰੇ। ਮੇਰੇ ਠੀਕ ਹੈ ਠੀਕ ਹੈ ਠੀਕ ਹੈ ਇਹ ਗੁਰਦੁਆਰੇ ਇਹਦੀ ਚ ਨਾ ਛੋਟੀ ਭੈਣ ਮੀਤ ਦੀ ਫੋਟੋ ਪ੍ਰਧਾਨ ਦਿਖਾਉਣਾ ਬਾਬਾ ਜੀ ਨੂੰ। ਮੇਰਾ ਪਰਿਵਾਰ ਆ। ਇਹਨਾਂ ਗੁਰਦੁਆਰੇ ਚ ਕਿਆ ਮੇਰਾ ਪਰਿਵਾਰ ਦਾ ਸਾਡੇ ਸਮਾਜ 'ਚ ਇੱਕ ਅਹਿਮ ਹਿੱਸਾ ਇੱਕ ਅਹਿਮ ਯੋਗਦਾਨ ਹੁੰਦਾ। ਸਾਡੇ ਪਿੰਡੂ ਕਲਚਰ ਦੇ ਵਿੱਚ ਆਪਾਂ ਦੇਖੀਏ ਚਲੋ ਸ਼ਹਿਰਾਂ 'ਚ ਆ ਕੇ ਤਾਂ ਥੋੜਾ ਜਿਹਾ ਮਾਹੌਲ ਹੋਰ ਹੋ ਜਾਂਦਾ। ਸਾਡੇ ਪਿੰਡਾਂ ਦੇ ਵਿੱਚ ਮਹਿਰਾ ਪਰਿਵਾਰ ਤੋਂ ਬਿਨਾਂ ਵਿਆਹ ਸ਼ਾਦੀਆਂ ਨਹੀਂ ਹੋ ਸਕਦੀਆਂ। ਇਹ ਦੀ ਵਿਆਹ ਸ਼ਾਦੀ ਦੀ ਜਿਹੜੀ ਆ ਦੇਖੀ ਗੁਰਪ੍ਰੀਤ ਭੈਣੇ ਆ ਛੋਟੀ ਦੀ ਫੋਟੋ ਆ। ਇਹ ਵੀ ਤੇਰੇ ਵਰਗੀ ਹੈ ਜਮਾਂ ਹੀ ਹੈ ਨਾ। ਆ ਦੇਖੋ ਸਭ ਤੋਂ ਛੋਟੀ ਇਹਦਾ ਕੀ ਨਾਮ ਹੈ? ਇਹਦਾ ਗਗਨਦੀਪ ਕੌਰ। ਗਗਨਦੀਪ ਕੌਰ। ਵਾਹ ਰੱਬਾ। ਤੇ ਪਿੰਡ ਦੇ ਵਿੱਚ ਇਹਦੀ ਵੱਡੀ ਭੈਣ ਦਾ ਪਿੰਡ ਦੇ ਵਿੱਚ ਵਿਆਹ ਹੋਣਾ ਲਾਗੀ ਦੀ ਵੈਲਿਊ ਕੀ ਹੁੰਦੀ ਉਹ ਪਿੰਡ ਵਾਲਿਆਂ ਨੂੰ ਉੱਥੇ ਪਤਾ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ। ਕਿਸੇ ਨੂੰ ਸੱਦਾ ਦੇਣਾ ਵਿਆਹ ਦੀ ਗੰਢ ਦੇ ਕੇ ਆਉਣੀ ਹੈ ਕੁੜੀ ਵਿਦਿਆ ਕਰਨੀ ਹੈ ਕੁੜੀ ਨੇ ਆਉਣਾ ਕੋਈ ਚਿੱਠੀ ਭੇਜਣੀ ਹੈ ਵਿਆਹ ਦੀ ਬਰੀ ਦਿਖਾਉਣੀ ਆ ਦਾਜ ਦਿਖਾਉਣਾ। ਲਾਂਗਰੀ ਵੀ ਹੈ ਤੇ ਸੇਵਾਦਾਰ ਵੀ ਹੈ ਮੈਂਬਰ ਹੈ ਅੱਛਾ ਜੀ ਆਪਣੇ ਗੁਰਦੁਆਰਾ ਸਾਹਿਬ 'ਚ। ਹਾਂਜੀ ਚਲੋ ਬਹੁਤ ਵਧੀਆ ਗੱਲ ਆ ਬਾਈ। ਇਹ ਦੋ ਭੈਣਾਂ ਨੇ ਇੱਕ ਬਾਂਸੇ ਚ ਉਹ ਖਤਮ ਹੋ ਗਈ ਹੈ। ਇੱਕ ਭੈਣ ਇਹ ਮੇਰੀ ਦੀ ਵੱਡੀ ਜਿਉਂਦੀ ਭੈਣ ਹੈ। ਇਹਦਾ ਜੀਜਾ ਹੈਗਾ। ਇਹਦੀ ਵੱਡੀ ਭੈਣ ਤੇ ਜੀਜਾ ਜੀ ਦੇਖੋ ਯਾਨੀ ਕਿ ਪੂਰਾ ਵਧੀਆ ਪਰਿਵਾਰ ਆ ਸਾਰਾ ਕੁਝ ਹੈਗਾ। ਬਸ ਇੱਕ ਵਕਤ ਨੇ ਮਾਰ ਛੱਡ ਮਾਰਤਾ ਬਸ ਵਕਤ ਦੀ ਮਾਰ ਪੈ ਗਈ ਆ। ਤੇ ਜਦੋਂ ਵਕਤ ਦੀ ਮਾਰ ਪੈਂਦੀ ਆ ਭੈਣੇ ਉਦੋਂ ਨਾ ਆਪਣੇ ਵੀ ਕਈ ਵਾਰੀ ਸਾਥ ਛੱਡ ਜਾਂਦੇ ਆ। ਸਾਡੀ ਹੱਥ ਜੋੜ ਕੇ ਬੇਨਤੀ ਆ ਗੁਰਪ੍ਰੀਤ ਭੈਣ ਦੀਆਂ ਮਾਸੀਆਂ ਵੀ ਹੋਣਗੀਆਂ ਨਾ ਮਾਮੇ ਵੀ ਹੋਣਗੇ ਨਾ ਇੱਥੇ ਇਹਨੇ ਪਾਣੀਪਤ ਪਾਣੀਪਤ ਨੇ ਉਹਨਾਂ ਨੂੰ ਬੇਨਤੀ ਆ ਭਰਾਵੋ ਖੂਨ ਤਾਂ ਤੁਹਾਡਾ ਖੂਨ ਹੀ ਆ। ਅੱਜ ਸੜਕਾਂ ਤੇ ਰੁਲਦਾ ਤੁਹਾਡਾ ਬਲੱਡ ਤੁਹਾਡਾ ਖੂਨ ਤੁਹਾਡਾ ਇੱਜ਼ਤ ਤਾਂ ਤੁਹਾਡੀ ਵੀ ਉਨੀ ਹੋਈ ਆ। ਸਮਝਣ ਦੀ ਗੱਲ ਆ। ਪਰ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਆ ਵੀ ਸਾਡੀ ਇੱਕ ਨੌਜਵਾਨ ਭੈਣ ਕਿੱਦਾਂ ਦਿੱਲੀ ਤੋਂ ਕਿੱਥੇ ਕਿਵੇਂ ਪਹੁੰਚ ਗਈ ਤੇ ਸਵੇਰੇ ਕਿੱਦਾਂ ਇਹ ਕਿੰਨੀ ਡਿਸਟਰਬ ਸੀ ਉਸ ਟਾਈਮ। ਤੇ ਮੇਰੀ ਇਹੀ ਇੰਤਹਾ ਵਾ ਉਹਨਾਂ ਨੂੰ ਬੇਨਤੀ ਆ ਹੱਥ ਜੋੜ ਕੇ ਸਾਡੇ ਸੁਪਨਿਆਂ ਦੇ ਘਰ ਵੱਲੋਂ ਵੀ ਤੁਸੀਂ ਵੀਰੇ ਜ਼ਰੂਰ ਸਾਥ ਦਿਓ। ਆਪਾਂ ਰਲ ਮਿਲ ਕੇ ਗੁਰਪ੍ਰੀਤ ਭੈਣ ਨੂੰ ਠੀਕ ਕਰ ਸਕਦੇ ਹਾਂ ਕਿਉਂਕਿ ਇਹ ਤੁਹਾਡੇ ਸਹਿਯੋਗ ਨਾਲ ਠੀਕ ਹੋਣੀ। ਇਹੀ ਇਹਨੂੰ ਠੀਕ ਕਰ ਸਕਦੇ ਆ। ਉਹ ਯਾਦਾਂ ਦੀ ਜਿਹੜੀ ਭੰਡਾਰੀ ਆ ਉਹ ਤੁਹਾਡੇ ਕੋਲੇ ਪਈ ਆ ਤੇ ਜੇ ਤੁਸੀਂ ਸਾਥ ਦਿਓ ਤਾਂ ਆਪਾਂ ਰਲ ਮਿਲ ਕੇ ਸਾਰਾ ਕੁਝ ਠੀਕ ਕਰ ਸਕਦੇ। ਬਹੁਤ ਧੰਨਵਾਦ ਆ ਪਰਮਜੀਤ ਬਾਈ ਦਾ ਮਾਤਾ ਜੀ ਦਾ ਜਿਹੜੇ ਚਾਚਾ ਤੇ ਦਾਦੀ ਇੱਥੇ ਪਹੁੰਚੇ ਆ। ਇਹਨਾਂ ਦਾ ਦਾਦਾ ਵੀ ਬੜਾ ਪਿਆਰ ਕਰਦਾ ਸੀ ਇਹਨਾਂ ਨੂੰ। ਉਹ ਕੀ ਕੰਮ ਕਰਦੇ ਸੀ? ਉਹ ਗੱਡੀ ਚਲਾਉਂਦੇ ਸੀ ਡਰਾਈਵਰ ਸੀ ਸ਼ਕਤੀ ਭੋਗ ਦੇ ਵਿੱਚ। ਉਹ ਲੋਕਡਾਊਨ 'ਚ ਉਹ ਐਕਸਪਾਇਰ ਹੋ ਗਿਆ। ਕਰੋਨਾ ਦੇ ਵਿੱਚ ਖਤਮ ਹੋ ਗਏ 3 ਮਈ ਨੂੰ। 3 ਮਈ ਨੂੰ। ਚਲੋ ਵਾਹਿਗੁਰੂ ਮਿਹਰ ਕਰਨ। ਇਸ ਤਸਵੀਰ ਦੇ ਨਾਲ ਤੁਹਾਨੂੰ ਫੇਰ ਤੋਂ ਅਸੀਂ ਜੋੜਦੇ ਹਾਂ। ਇਹ ਸਾਡੀ ਗੁਰਪ੍ਰੀਤ ਭੈਣ ਦੀ ਤਸਵੀਰ ਆ। ਅਰਦਾਸ ਕਰਿਓ ਗੁਰਪ੍ਰੀਤ ਕੌਰ ਨੂੰ ਮਹਾਰਾਜ ਤੰਦਰੁਸਤੀ ਬਖਸ਼ਣ ਸੱਚੇ ਪਾਤਸ਼ਾਹ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਆਗਮਨ ਪੁਰਬ ਵੀ ਆ, ਉਹਦੀਆਂ ਵੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।